ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. Once again students, I hope all of you will be fine and feel relaxed after finish your PTA. So today we read fourth chapter of geography. Before start the chapter, I give you some homework for written. The homework is to complete the back side of third chapter and second or third part of question answer. You can solve this exercise or question answer after read the chapter from NCERT book, or also make the proper notes from the NCERT books. If you read the whole chapter carefully, and then you do not need to read any reference book. So in the NCERT book the content is very easy and you can understand it easily. But if you have face any kind of problem, you can contact with me. So today we start our next chapter. That fourth chapter title is agriculture. This is a very easy chapter because in the chapter we will read so many activities that related with our daily needs and done near me or your surrounding. ਕਾਫੀ ਈਜ਼ੀ ਚੈਪਟਰ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਐਕਟੀਵਿਟੀਜ਼ ਔਰ ਕੰਮਾਂ ਬਾਰੇ ਅਸੀਂ ਪੜ੍ਹਾਂਗੇ ਜੋ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਜਾਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਡੇ ਆਲੇ ਦੁਆਲੇ ਨੇੜੇ ਕੋਈ ਵੀ ਏਰੀਆ ਫੀਲਡ ਆ ਉੱਥੇ ਇਹ ਸਾਰੀਆਂ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਨੇ. Before start the lesson, we understand the title of the chapter. The word agriculture taken from the Latin word agri plus culture. ਲੈਟਿਨ ਭਾਸ਼ਾ ਦੇ ਸ਼ਬਦ ਐਗਰੀ ਔਰ ਕਲਚਰ ਤੋਂ ਐਗਰੀਕਲਚਰ ਵਰਡ ਦਾ ਜਨਮ ਹੋਇਆ ਹੈ. ਐਗਰੀ ਦਾ ਮੀਨ ਲੈਟਿਨ ਭਾਸ਼ਾ ਦੇ ਵਿੱਚ ਹੁੰਦਾ ਹੈ ਲੈਂਡ ਔਰ ਫੀਲਡ. ਕਲਚਰ ਦਾ ਮੀਨਿੰਗ ਹੁੰਦਾ ਹੈ ਕਲਟੀਵੇਸ਼ਨ. ਕਲਟੀਵੇਸ਼ਨ ਮਤਲਬ ਪੈਦਾ ਕਰਨਾ, ਪੈਦਾਵਾਰ ਕਰਨਾ. ਲੈਂਡ ਜ਼ਮੀਨ ਔਰ ਫੀਲਡ ਖੇਤ. ਹੁਣ ਅਕੋਰਡਿੰਗ ਟੂ ਦਾ ਕੰਪਲੀਟ ਵਰਡ ਵੀ ਸੇ ਡੈਟ ਜ਼ਮੀਨ ਔਰ ਖੇਤਾਂ ਦੇ ਵਿੱਚ ਅਨਾਜ ਜਾਂ ਕਿਸੇ ਵੀ ਫਸਲ ਨੂੰ ਪੈਦਾਵਾਰ ਕਰਨਾ, ਉਸ ਨੂੰ ਉਗਾਉਣਾ. So start your lesson. India is an agriculture important country. 2/3 of its population is engaged in agriculture activities. ਭਾਰਤ ਇੱਕ ਖੇਤੀਬਾੜੀ ਕਰਨ ਵਾਲਾ ਦੇਸ਼ ਹੈ ਅਤੇ ਇਸ ਦੀ ਪੋਪੂਲੇਸ਼ਨ ਦਾ 2/3 ਪਾਰਟ ਮਤਲਬ 66 to 70% ਲੋਕ ਖੇਤੀਬਾੜੀ ਦੇ ਨਾਲ ਡਾਇਰੈਕਟਲੀ ਔਰ ਇਨਡਾਇਰੈਕਟਲੀ ਜੁੜੇ ਹੋਏ ਆ. ਐਗਰੀਕਲਚਰ ਇਜ਼ ਏ ਪ੍ਰਾਇਮਰੀ ਐਕਟੀਵਿਟੀ. ਐਗਰੀਕਲਚਰ ਇੱਕ ਪ੍ਰਾਇਮਰੀ ਐਕਟੀਵਿਟੀ ਹੈ ਮਤਲਬ ਬੇਸਿਕ ਐਕਟੀਵਿਟੀ ਹੈ ਜਿਸ ਦੇ ਵਿੱਚ ਦੂਸਰੀਆਂ ਐਕਟੀਵਿਟੀ ਵਾਸਤੇ ਜਾਂ ਦੂਸਰੀਆਂ ਇੰਡਸਟਰੀ ਵਾਸਤੇ ਰॉ ਮਟੀਰੀਅਲ ਤਿਆਰ ਕੀਤਾ ਜਾਂਦਾ ਹੈ. ਸਾਡੇ ਕੋਲ 3 ਟਾਈਪਸ ਦੀਆਂ ਐਕਟੀਵਿਟੀਜ਼ ਹੁੰਦੀਆਂ ਹੈ. ਫਸਟ ਜਿਹੜੀ ਆਪਾਂ ਰੀਡ ਕੀਤੀ ਹੈ ਪ੍ਰਾਇਮਰੀ ਐਕਟੀਵਿਟੀ ਦੇ ਵਿੱਚ ਅਸੀਂ ਰॉ ਮਟੀਰੀਅਲ ਤਿਆਰ ਕਰਦੇ ਮਤਲਬ ਆਪਣੇ ਖੇਤਾਂ ਦੇ ਵਿੱਚ ਕੋਈ ਫਸਲ ਕੋਈ ਅਨਾਜ ਉਗਾਉਂਦੇ ਹਾਂ. ਫਿਰ ਸੈਕਿੰਡ ਆਉਂਦੀ ਹੈ ਸਾਡੇ ਕੋਲ ਸੈਕੰਡਰੀ ਐਕਟੀਵਿਟੀ. ਸੈਕੰਡਰੀ ਐਕਟੀਵਿਟੀ ਦੇ ਵਿੱਚ ਕੀ ਆ, ਜੋ ਵੀ ਅਸੀਂ ਰॉ ਮਟੀਰੀਅਲ ਤਿਆਰ ਕੀਤਾ ਜਾਂਦਾ ਹੈ ਇਸ ਨੂੰ ਫੈਕਟਰੀ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਔਰ ਫੈਕਟਰੀ ਵੱਲੋਂ ਇਸ ਰॉ ਮਟੀਰੀਅਲ ਨੂੰ ਕਿਸੇ ਵੈਲਿਊਏਬਲ ਪ੍ਰੋਡਕਟ ਦੇ ਵਿੱਚ ਕਨਵਰਟ ਕਰ ਦਿੱਤਾ ਜਾਂਦਾ ਹੈ. ਜਿਸ ਤਰ੍ਹਾਂ ਇੱਥੇ ਆਪਾਂ ਕਣਕ ਬੀਜੀ, ਇਸ ਕਣਕ ਨੂੰ ਅਸੀਂ ਚੱਕੀ ਦੇ ਵਿੱਚ ਲੈ ਕੇ ਗਏ, ਚੱਕੀ ਵਾਲੇ ਨੇ ਸਾਨੂੰ ਉਸ ਦਾ ਆਟਾ ਬਣਾ ਦਿੱਤਾ. ਔਰ ਥਰਡ ਆਉਂਦੀ ਹੈ ਸਾਡੇ ਕੋਲ ਟੈਰੀਟਰੀ ਐਕਟੀਵਿਟੀ. ਟੈਰੀਟਰੀ ਐਕਟੀਵਿਟੀ ਦੇ ਵਿੱਚ ਅਸੀਂ ਜੋ ਫਾਈਨਲ ਪ੍ਰੋਡਕਟ ਵੈਲਿਊਏਬਲ ਪ੍ਰੋਡਕਟ ਤਿਆਰ ਕੀਤਾ ਹੁੰਦਾ ਹੈ ਉਸ ਨੂੰ ਅਸੀਂ ਸੇਲ ਕਰਦੇ ਹਾਂ. ਮਤਲਬ ਇਹ ਰॉ ਮਟੀਰੀਅਲ ਤਿਆਰ ਕਰਦਾ ਹੈ, ਇਹ ਰॉ ਮਟੀਰੀਅਲ ਤੋਂ ਵੈਲਿਊਏਬਲ ਪ੍ਰੋਡਕਟ ਤਿਆਰ ਕਰਦਾ ਹੈ. ਨੈਕਸਟ ਟੈਰੀਟਰੀ ਐਕਟੀਵਿਟੀ ਦੇ ਵਿੱਚ ਇਹਨਾਂ ਦੋਨਾਂ ਦੀ ਸਹਾਇਤਾ ਕੀਤੀ ਜਾਂਦੀ ਹੈ ਔਰ ਇਹਨਾਂ ਵੱਲੋਂ ਬਣਾਏ ਗਏ ਪ੍ਰੋਡਕਟ ਨੂੰ ਸੇਲ ਕੀਤਾ ਜਾਂਦਾ ਹੈ. ਇਸ ਐਕਟੀਵਿਟੀ ਦੇ ਬਾਰੇ ਅਸੀਂ ਬਾਅਦ ਵਿੱਚ ਡਿਟੇਲ ਦੇ ਨਾਲ ਵੀ ਰੀਡ ਕਰਾਂਗੇ ਕਿਉਂਕਿ ਇਸ ਸੈਕਟਰ ਨੂੰ ਇੰਪੋਰਟੈਂਸ ਤਾਂ ਦਿੱਤੀ ਜਾਂਦੀ ਹੈ. ਇਸ ਨੂੰ ਅਸੀਂ ਸਰਵਿਸ ਸੈਕਟਰ ਵੀ ਬੋਲਦੇ ਹਾਂ. ਸਾਡੀ ਸਰਵਿਸ ਕਰਨ ਵਾਲੇ, ਸੇਵਾ ਕਰਨ ਵਾਲੇ ਜਿੰਨੇ ਵੀ ਡਾਕਟਰ, ਟੀਚਰਸ, ਲਾਇਰ ਐਕਸੈਕਟਰਾ ਸਾਰੇ ਲੋਕ ਜਿਹੜੇ ਇਸ ਐਕਟੀਵਿਟੀ ਦੇ ਵਿੱਚ ਇਨਕਲੂਡਡ ਹੋ ਜਾਂਦੇ ਆ. ਸੋ ਨੈਕਸਟ ਸਾਡੇ ਕੋਲ ਆ ਜਾਂਦਾ ਹੈ ਐਗਰੀਕਲਚਰ ਬਿਸਾਈਡ ਫੂਡ ਗ੍ਰੇਨਸ ਇਟ ਆਲਸੋ ਪ੍ਰੋਡਿਊਸਰ ਰਾ ਮਟੀਰੀਅਲ ਫਾਰ ਵੇਰੀਅਸ ਇੰਡਸਟਰੀਜ਼. ਕਿ ਐਗਰੀਕਲਚਰ ਦੇ ਵਿੱਚ ਸਿਰਫ ਫੂਡ ਗ੍ਰੇਨਸ ਅਨਾਜ ਨਹੀਂ ਪੈਦਾ ਕੀਤਾ ਜਾਂਦਾ, ਭੋਜਨ ਵਾਲਾ ਅਨਾਜ ਨਹੀਂ ਪੈਦਾ ਕੀਤਾ ਜਾਂਦਾ. ਇਸ ਤੋਂ ਇਲਾਵਾ ਵੀ ਬਹੁਤ ਸਾਰੇ ਅਜਿਹੇ ਪ੍ਰੋਡਕਟ ਤਿਆਰ ਕੀਤੇ ਜਾਂਦੇ ਆ ਜੋ ਕਿ ਦੂਸਰੀਆਂ ਇੰਡਸਟਰੀਆਂ ਦੇ ਵਿੱਚ ਕੰਮ ਆਉਂਦੇ ਆ ਔਰ ਇਹਨਾਂ ਪ੍ਰੋਡਕਟ ਨੂੰ ਵਰਤ ਕੇ ਇੰਡਸਟਰੀਆਂ ਆਪਣਾ ਫਾਈਨਲ ਪ੍ਰੋਡਕਟ ਤਿਆਰ ਕਰਦੀਆਂ ਹੈ. ਨੈਕਸਟ ਦੇ ਪੁੱਟ ਏ ਕੁਐਸਚਨ ਟੂ ਅਸ, ਕੈਨ ਯੂ ਨੇਮ ਸਮ ਇੰਡਸਟਰੀਜ਼ ਬੇਸਡ ਔਨ ਦਾ ਐਗਰੀਕਲਚਰ ਰॉ ਮਟੀਰੀਅਲ. ਕੀ ਤੁਸੀਂ ਕੁਝ ਅਜਿਹੀਆਂ ਇੰਡਸਟਰੀ ਦੇ ਨੇਮ ਦੇ ਸਕਦੇ ਜੋ ਆਪਣਾ ਰॉ ਮਟੀਰੀਅਲ ਕੱਚਾ ਪਦਾਰਥ ਐਗਰੀਕਲਚਰ ਤੋਂ ਖੇਤੀਬਾੜੀ ਤੋਂ ਪ੍ਰਾਪਤ ਕਰਦੀਆਂ ਹੋਣ. ਹੇਅਰ ਆਈ ਗਿਵ ਯੂ ਸਮ ਇੰਡਸਟਰੀਜ਼ ਨੇਮ. ਕਾਟਨ ਟੈਕਸਟਾਈਲ ਇੰਡਸਟਰੀ,
ਕੱਪੜੇ ਵਾਲੀ ਇੰਡਸਟਰੀ ਆਪਣਾ ਰॉ ਮਟੀਰੀਅਲ ਸਾਡੇ ਕੋਲੋਂ ਲੈਂਦੀ ਆ, ਕਿਉਂਕਿ ਅਸੀਂ ਕਪਾਹ ਤਿਆਰ ਕੀਤੀ ਜਾਂਦੀ ਆ, ਕਾਟਨ ਤਿਆਰ ਕਰਦੇ ਹਾਂ, ਇਸ ਤੋਂ ਹੀ ਅੱਗੇ ਕੱਪੜਾ ਤਿਆਰ ਕੀਤਾ ਜਾਂਦਾ ਹੈ। ਜੂਟ ਹੁੰਦੀ ਹੈ ਸਣ, ਜੋ ਵੀ ਅਸੀਂ ਬੋਰੀਆਂ, ਮੈਟ, ਤੱਪੜ ਐਕਸੈਕਟਰਾ ਯੂਜ਼ ਕਰਦੇ ਹਾਂ, ਇਹ ਸਾਰਾ ਕੁਝ ਜੂਟ ਤੋਂ ਤਿਆਰ ਕੀਤਾ ਜਾਂਦਾ ਹੈ। ਜੂਟ ਵੀ ਇੱਕ ਫਸਲ ਵਾਂਗ ਤਿਆਰ ਕੀਤਾ ਜਾਂਦਾ ਹੈ। ਫੂਡ ਪ੍ਰੋਸੈਸਿੰਗ ਇੰਡਸਟਰੀ ਮਤਲਬ ਕੁਝ ਇੰਡਸਟਰੀਜ਼ ਜੋ ਫੂਡ ਭੋਜਨ ਜਾਂ ਫਲਾਂ ਤੋਂ ਆਪਣਾ ਕੋਈ ਜੂਸ ਵਗੈਰਾ ਤਿਆਰ ਕਰਦੇ ਹਨ, ਜਾਂ ਭੋਜਨ ਤੋਂ ਕਣਕ ਤੋਂ ਬ੍ਰੈਡ ਵਗੈਰਾ, ਕੁਰਕਰੇ ਵਗੈਰਾ ਜਾਂ ਹੋਰ ਕਈ ਤਰ੍ਹਾਂ ਦੇ ਪ੍ਰੋਡਕਟ ਤਿਆਰ ਕੀਤੇ ਜਾਂਦੇ। ਅਜਿਹੀਆਂ ਇੰਡਸਟਰੀਜ਼ ਵੀ ਐਗਰੀਕਲਚਰ ਤੋਂ ਆਪਣਾ ਰॉ ਮਟੀਰੀਅਲ ਲੈਂਦੀਆਂ ਨੇ। ਨੈਕਸਟ ਸਾਡੇ ਕੋਲ ਹੈ ਟੀ ਕਾਫੀ ਇੰਡਸਟਰੀਜ਼, ਚਾਹ ਪੱਤੀ, ਕਾਫੀ ਵਗੈਰਾ ਦੇ ਪੈਕ ਤਿਆਰ ਕਰਨ ਵਾਲੀਆਂ ਇੰਡਸਟਰੀਜ਼ ਆਪਣਾ ਰॉ ਮਟੀਰੀਅਲ ਐਗਰੀਕਲਚਰ ਤੋਂ ਪ੍ਰਾਪਤ ਕਰਦੀਆਂ ਨੇ। ਨੈਕਸਟ ਲਿਖਿਆ ਹੈ ਵੁੱਡ ਫਰਨੀਚਰ ਇੰਡਸਟਰੀਜ਼। ਅਸੀਂ ਆਪਣੇ ਖੇਤਾਂ ਵਿੱਚ ਬਹੁਤ ਸਾਰੇ ਪਲਾਂਟਸ ਵੀ ਯੂਜ਼ ਕਰਦੇ ਹਾਂ, ਪਲਾਂਟਸ ਗਰੋ ਕਰ ਲੈਂਦੇ ਹਾਂ, ਇਹਨਾਂ ਦੀ ਲੱਕੜੀ ਜੋ ਅਸੀਂ ਸੇਲ ਕਰਦੇ ਹਾਂ, ਫਿਰ ਇਹਨਾਂ ਤੋਂ ਫਰਨੀਚਰ ਵਗੈਰਾ ਤਿਆਰ ਕੀਤਾ ਜਾਂਦਾ ਹੈ। ਜਾਂ ਵੁੱਡ ਤੋਂ ਹੋਰ ਕੋਈ ਵੀ ਪ੍ਰੋਡਕਟ ਤਿਆਰ ਕਰਨਾ ਹੋਵੇ ਤਾਂ ਇਹਨਾਂ ਪਲਾਂਟਸ ਤੋਂ ਹੀ ਤਿਆਰ ਕੀਤਾ ਜਾਂਦਾ ਹੈ। ਨੈਕਸਟ ਲਿਖਿਆ ਹੈ ਇੰਡਸਟਰੀਜ਼ ਰਿਲੇਟਡ ਵਿਦ ਦਾ ਪੇਪਰ, ਪਲਪ, ਗਮ ਐਕਸੈਕਟਰਾ। ਅਸੀਂ ਜੋ ਸਾਡੇ ਕੋਲ ਪੇਪਰ ਆ, ਕਾਗਜ਼, ਪਲਪ ਵੀ ਸਾਡੇ ਕੋਲ ਇੱਕ ਸੌਫਟ ਜਿਹੜਾ ਮੈਟਰ ਪਦਾਰਥ ਹੁੰਦਾ ਹੈ, ਜਿਸ ਨੂੰ ਅਸੀਂ ਵੱਖ-ਵੱਖ ਕਾਰਜਾਂ ਦੇ ਵਿੱਚ, ਖਾਸ ਕਰਕੇ ਪੇਪਰ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਔਰ ਜੋ ਵੀ ਅਸੀਂ ਗਮ, ਫੈਵੀਕੋਲ ਐਕਸੈਕਟਰਾ ਪ੍ਰੋਡਕਟ ਤਿਆਰ ਕਰਦੇ, ਇਹ ਸਾਰੀਆਂ ਹੀ ਚੀਜ਼ਾਂ ਖੇਤੀਬਾੜੀ ਦੇ ਵਿੱਚ ਤਿਆਰ ਕੀਤੇ ਗਏ ਰੁੱਖਾਂ ਵਗੈਰਾ ਤੋਂ ਜਾਂ ਅਲੱਗ-ਅਲੱਗ ਤਰ੍ਹਾਂ ਦੇ ਕ੍ਰੌਪਸ ਤੋਂ ਲੈ ਕੇ ਰॉ ਮਟੀਰੀਅਲ ਲੈ ਕੇ ਤਿਆਰ ਕੀਤੇ ਜਾਂਦੇ ਨੇ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਇੰਡਸਟਰੀਜ਼ ਜਿਨ੍ਹਾਂ ਦੇ ਤੁਸੀਂ ਆਪ ਖੁਦ ਆਪਣੇ ਤੌਰ 'ਤੇ ਨੇਮ ਲਿਖ ਸਕਦੇ, ਜਿਨ੍ਹਾਂ ਦੇ ਬਾਰੇ ਤੁਹਾਨੂੰ ਨੌਲੇਜ ਹੋਵੇ। ਸੋ ਨੈਕਸਟ ਸਾਡੇ ਕੋਲ ਆ ਜਾਂਦਾ ਹੈ ਮੋਰਓਵਰ ਸਮ ਐਗਰੀਕਲਚਰ ਪ੍ਰੋਡਕਟ ਲਾਈਕ ਟੀ, ਕਾਫੀ, ਸਪਾਈਸਿਸ ਐਕਸੈਕਟਰਾ ਆਰ ਆਲਸੋ ਐਕਸਪੋਰਟਡ। ਬਹੁਤ ਸਾਰੇ ਖੇਤੀਬਾੜੀ ਦੇ ਪ੍ਰੋਡਕਟ ਜਿਵੇਂ ਕਿ ਚਾਹ, ਕਾਫੀ, ਸਪਾਈਸਿਸ, ਮਸਾਲੇ ਐਕਸੈਕਟਰਾ ਜਿਹੜੇ ਐਕਸਪੋਰਟ ਕੀਤੇ ਜਾਂਦੇ। ਐਕਸਪੋਰਟ ਮਤਲਬ ਬਾਹਰਲੇ ਦੇਸ਼ਾਂ ਨੂੰ ਇਹਨਾਂ ਦਾ ਵਪਾਰ ਕੀਤਾ ਜਾਂਦਾ ਹੈ, ਹੋਰਨਾਂ ਦੇਸ਼ਾਂ ਨੂੰ ਇਹਨਾਂ ਨੂੰ ਵੇਚ ਦਿੱਤਾ ਜਾਂਦਾ ਹੈ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਟਾਈਪਸ ਆਫ ਫਾਰਮਿੰਗ, ਕਿ ਫਾਰਮਿੰਗ ਐਗਰੀਕਲਚਰ ਕਿੰਨੇ ਟਾਈਪਸ ਦੀ ਹੁੰਦੀ ਹੈ। ਹੁਣ ਇੱਥੇ ਦੱਸਿਆ ਗਿਆ ਹੈ ਕਿ ਐਗਰੀਕਲਚਰ ਖੇਤੀਬਾੜੀ ਨੂੰ ਪੁਰਾਣੇ ਸਮੇਂ ਤੋਂ ਹੀ ਆਰਥਿਕ ਕੰਮਾਂ ਵਾਸਤੇ ਯੂਜ਼ ਕੀਤਾ ਜਾਂਦਾ, ਮਤਲਬ ਇਹ ਤੋਂ ਪ੍ਰੋਡਕਟ ਤਿਆਰ ਕਰਕੇ ਆਪਣੇ ਪਰਿਵਾਰ ਵਾਸਤੇ ਆਰਥਿਕਤਾ ਪੈਸਾ ਕਮਾਇਆ ਜਾ ਰਿਹਾ ਹੈ। ਓਵਰ ਦੀ ਈਅਰਸ, ਅੱਜ ਦੇ ਸਾਲਾਂ ਦੇ ਵਿੱਚ ਕਲਟੀਵੇਸ਼ਨ ਮੈਥਡਸ ਹੈਵ ਚੇਂਜ। ਕਲਟੀਵੇਸ਼ਨ ਪੈਦਾਵਾਰ ਦੇ ਤਰੀਕੇ ਪੂਰੀ ਤਰ੍ਹਾਂ ਬਦਲ ਚੁੱਕੇ ਆ, ਡਿਪੈਂਡਿੰਗ ਅਪੋਨ ਦਾ ਕਰੈਕਟਰਿਸਟਿਕਸ ਆਫ ਫਿਜ਼ੀਕਲ ਐਨਵਾਇਰਨਮੈਂਟ। ਅਤੇ ਇਹ ਬਦਲਦੇ ਤਰੀਕਿਆਂ ਦਾ ਕਾਰਨ ਫਿਜ਼ੀਕਲ ਐਨਵਾਇਰਨਮੈਂਟ, ਜੋ ਵੀ ਸਾਡੇ ਐਨਵਾਇਰਨਮੈਂਟ ਦੀਆਂ ਵਿਸ਼ੇਸ਼ਤਾਵਾਂ, ਉਹਦੇ ਅਨੁਸਾਰ ਟੈਕਨੋਲੋਜੀਕਲ ਨਾਓ ਹਾਓ ਐਂਡ ਸੋਸ਼ੋ ਕਲਚਰ ਪ੍ਰੈਕਟਿਸ, ਅਤੇ ਤਕਨੀਕੀ ਤੌਰ 'ਤੇ ਕਈ ਤਰ੍ਹਾਂ ਦੇ ਸਾਧਨਾਂ ਦੀ ਖੋਜ ਦੇ ਨਾਲ ਹੌਲੀ ਹੌਲੀ ਸਾਡੀ ਖੇਤੀਬਾੜੀ ਦੇ ਵਿੱਚ ਬਦਲਾਅ ਸਾਹਮਣੇ ਆਏ ਆ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਫਾਰਮਿੰਗ ਵੇਰੀਜ਼ ਫਰੋਮ ਸਬਸਿਸਟੈਂਸ ਟੂ ਕਮਰਸ਼ੀਅਲ। ਖੇਤੀਬਾੜੀ ਕਹਿੰਦੇ ਕਈ ਤਰ੍ਹਾਂ ਦੀ ਹੋ ਸਕਦੀ ਹੈ, ਜਿਵੇਂ ਕਿ ਸਬਸਿਸਟੈਂਸ ਤੋਂ ਲੈ ਕੇ ਕਮਰਸ਼ੀਅਲ। ਸਬਸਿਸਟੈਂਸ ਹੁੰਦੀ ਆ ਆਪਣੇ ਗੁਜ਼ਾਰੇ ਵਾਸਤੇ ਖੇਤੀ ਕਰਨੀ, ਕਮਰਸ਼ੀਅਲ ਹੁੰਦੀ ਆ ਵਪਾਰਕ ਤੌਰ 'ਤੇ ਖੇਤੀ ਕਰਨੀ, ਮਤਲਬ ਆਪਣੇ ਗੁਜ਼ਾਰੇ ਤੋਂ ਇਲਾਵਾ ਵਾਧੂ ਅਨਾਜ ਤਿਆਰ ਕਰਕੇ ਉਸ ਦਾ ਵਪਾਰ ਕਰ ਦੇਣਾ। ਐਟ ਪ੍ਰੈਜੈਂਟ ਇਨ ਦਾ ਡਿਫਰੈਂਟ ਪਾਰਟਸ ਆਫ ਇੰਡੀਆ ਦਾ ਫੋਲੋਇੰਗ ਫਾਰਮਿੰਗ ਸਿਸਟਮ ਆਰ ਪ੍ਰੈਕਟਿਸ। ਕਹਿੰਦੇ ਅੱਜ ਦੇ ਦਿਨਾਂ ਵਿੱਚ ਹੇਠ ਲਿਖੇ ਸਿਸਟਮਸ ਦੇ ਨਾਲ ਖੇਤੀਬਾੜੀ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਸਾਡੇ ਕੋਲ ਆ ਜਾਂਦਾ ਪ੍ਰਿਮਿਟਿਵ ਸਬਸਿਸਟੈਂਸ ਫਾਰਮਿੰਗ। ਪ੍ਰਿਮਿਟਿਵ ਹੁੰਦਾ ਤਰਜੀਹੀ ਜਾਂ ਪੁਰਾਤਨ ਸਮੇਂ ਦੇ ਵਿੱਚ ਜਿਸ ਤਰ੍ਹਾਂ ਖੇਤੀ ਕੀਤੀ ਜਾਂਦੀ ਸੀ। ਦਿਸ ਟਾਈਪ ਆਫ ਫਾਰਮਿੰਗ ਇਜ਼ ਸਟਿਲ ਪ੍ਰੈਕਟਿਸ ਇਨ ਫਿਊ ਪੋਕਟਸ ਆਫ ਇੰਡੀਆ। ਇਸ ਤਰ੍ਹਾਂ ਦੀ ਖੇਤੀਬਾੜੀ ਕਹਿੰਦੇ ਅੱਜ ਵੀ ਦੇਸ਼ ਦੇ ਕੁਝ ਭਾਗਾਂ ਦੇ ਵਿੱਚ ਕੀਤੀ ਜਾ ਰਹੀ ਹੈ। ਪ੍ਰਿਮਿਟਿਵ ਸਬਸਿਸਟੈਂਸ ਐਗਰੀਕਲਚਰ ਇਜ਼ ਪ੍ਰੈਕਟਿਸ ਔਨ ਸਮਾਲ ਪਾਚਿਸ। ਕਹਿੰਦੇ ਇਸ ਤਰ੍ਹਾਂ ਦੀ ਖੇਤੀਬਾੜੀ ਜ਼ਮੀਨ ਦੇ ਛੋਟੇ ਟੁਕੜਿਆਂ 'ਤੇ ਕੀਤੀ ਜਾਂਦੀ ਹੈ ਵਿਦ ਦਾ ਹੈਲਪ ਆਫ ਦਾ ਪ੍ਰਿਮਿਟਿਵ ਟੂਲਸ, ਅਤੇ ਇਸ ਦੇ ਵਿੱਚ ਪੁਰਾਤਨ ਟੂਲਸ ਖੇਤੀਬਾੜੀ ਦੇ ਯੂਜ਼ ਕੀਤੇ ਜਾਂਦੇ ਆ। ਮਤਲਬ ਜੋ ਅਸੀਂ ਕਈਆਂ, ਕੁਹਾੜੇ ਐਕਸੈਕਟਰਾ ਪਹਿਲਾਂ ਲੋਕ ਖੇਤੀਬਾੜੀ ਵਾਸਤੇ ਯੂਜ਼ ਕਰਦੇ ਸੀ, ਅੱਜ ਦੇ ਦਿਨਾਂ ਵਿੱਚ ਵੀ ਅਜਿਹੀ ਖੇਤੀ ਕਰਨ ਵਾਲੇ ਲੋਕਾਂ ਵੱਲੋਂ ਇਹੀ ਟੂਲਸ ਯੂਜ਼ ਕੀਤੇ ਜਾ ਰਹੇ ਆ। ਇਹਨਾਂ ਵੱਲੋਂ ਕੰਬਾਈਨਸ, ਟਰੈਕਟਰ, ਹੱਲਾਂ, ਤਵੀਆਂ ਐਕਸੈਕਟਰਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟੈਕਨੋਲੋਜੀਕਲ ਟੂਲ ਯੂਜ਼ ਜਿਹੜਾ ਨਹੀਂ ਕੀਤਾ ਜਾਂਦਾ, ਜਿਸ ਦਾ ਕਾਰਨ ਇਹਨਾਂ ਦੀ ਪਾਵਰਟੀ ਹੈ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਅੱਜ ਜੋ ਵੀ ਸਾਨੂੰ ਦਿੱਤਾ ਹੈ ਹੋਏ, ਡਾਓ, ਡਿਗਿੰਗ ਸਟਿਕਸ ਐਂਡ ਫੈਮਿਲੀ ਕਮਿਊਨਿਟੀ ਲੇਬਰ। ਇਹ ਸਾਰੇ ਇਹਨਾਂ ਦੇ ਖੇਤੀਬਾੜੀ ਵਾਸਤੇ ਵਰਤੇ ਜਾ ਰਹੇ ਟੂਲਸ ਹੈ। ਕਮਿਊਨਿਟੀ ਲੇਬਰ ਮਤਲਬ ਇਹ ਜਿਹੀ ਖੇਤੀ ਕਰਨ ਵਾਸਤੇ ਇਹ ਆਪਣੇ ਪਰਿਵਾਰ ਦੇ ਸਾਰੇ ਮੈਂਬਰ ਲੇਬਰ ਦੇ ਤੌਰ 'ਤੇ ਖੇਤਾਂ ਵਿੱਚ ਕੰਮ ਕਰਦੇ ਆ, ਜਾਂ ਪੂਰੀ ਕਮਿਊਨਿਟੀ ਜਿਹੜਾ ਵਾ ਹਰੇਕ ਕਿਸਾਨ ਦੇ ਖੇਤਾਂ ਵਿੱਚ ਜਾ ਕੇ ਕੰਮ ਕਰਦੀ, ਔਰ ਜੋ ਵੀ ਅਨਾਜ ਪ੍ਰਾਪਤ ਕੀਤਾ ਜਾਂਦਾ ਹੈ ਉਸ ਨੂੰ ਆਪਸ ਵਿੱਚ ਡਿਵਾਈਡ ਕਰ ਲਿਆ ਜਾਂਦਾ ਹੈ।
ਦਿਸ ਟਾਈਪ ਆਫ ਫਾਰਮਿੰਗ ਡਿਪੈਂਡਸ ਅਪੋਨ ਮਾਨਸੂਨ। ਅਜਿਹੀ ਖੇਤੀਬਾੜੀ ਮਾਨਸੂਨ ਦੇ ਉੱਪਰ ਡਿਪੈਂਡ ਕਰਦੀ ਹੈ। ਨੈਚੁਰਲ ਫਰਟੀਲਿਟੀ, ਕੁਦਰਤੀ ਤੌਰ 'ਤੇ ਜ਼ਮੀਨ ਦੀ ਉਪਜਾਊ ਸ਼ਕਤੀ ਕਿੰਨੀ ਹੈ। ਸੋਇਲ ਐਂਡ ਸੂਟੇਬਿਲਿਟੀ ਆਫ ਅਦਰ ਐਨਵਾਇਰਮੈਂਟ ਕੰਡੀਸ਼ਨ ਆਫ ਦਾ ਕ੍ਰੋਪਸ ਗਰੋਨ, ਅਤੇ ਫਸਲ ਉਗਾਉਣ ਵਾਸਤੇ ਹੋਰ ਐਨਵਾਇਰਮੈਂਟਲ ਕੰਡੀਸ਼ਨਸ ਹੈ ਜੋ ਵਾਤਾਵਰਨ ਦੀਆਂ ਹਾਲਤਾਂ ਨੇ, ਉਹਨਾਂ ਦੇ ਉੱਪਰ ਅਜਿਹੀ ਖੇਤੀਬਾੜੀ ਡਿਪੈਂਡ ਕਰਦੀ ਹੈ। ਕਿਉਂਕਿ ਇਹਨਾਂ ਦੇ ਕੋਲ ਨਾ ਤਾਂ ਆਪਣੇ ਵੈਲਸ, ਨਾ ਟਿਊਬਵੈਲਸ ਹੈ ਖੇਤਾਂ ਨੂੰ ਪਾਣੀ ਦੇਣ ਵਾਸਤੇ, ਨਾ ਹੀ ਇਹਨਾਂ ਲੋਕਾਂ ਨੂੰ ਕੈਮੀਕਲ ਫਰਟੀਲਾਈਜ਼ਿੰਗ ਦੀ ਜੋ ਵੀ ਯੂਰੀਆ, DPA ਖਾਦ ਆਪਾਂ ਯੂਜ਼ ਕਰਦੇ ਇਹਨਾਂ ਦੀ ਕੋਈ ਨੌਲੇਜ ਨਹੀਂ ਆ। ਸੋ ਇਹਨਾਂ ਦੀ ਖੇਤੀਬਾੜੀ ਸਿਰਫ ਕੁਦਰਤੀ ਹਾਲਤਾਂ ਦੇ ਉੱਪਰ ਡਿਪੈਂਡ ਹੁੰਦੀ ਹੈ। ਇਟ ਇਜ਼ ਏ ਸਲੈਸ਼ ਐਂਡ ਦਾ ਬਰਨ ਐਗਰੀਕਲਚਰ। ਸਲੈਸ਼ ਐਂਡ ਬਰਨ ਐਗਰੀਕਲਚਰ ਮਤਲਬ ਖੇਤ ਦਾ ਇੱਕ ਜ਼ਮੀਨ ਦਾ ਟੁਕੜਾ ਜਿਹੜਾ ਸਾਫ਼ ਕਰਕੇ ਉਸ ਤੋਂ ਰੁੱਖ ਵਗੈਰਾ ਕੱਟ ਕੇ ਉਸ ਨੂੰ ਜ਼ਮੀਨ ਦੇ ਵਿੱਚ ਮਿਲਾ ਦੇਣਾ। ਇਸ ਐਗਰੀਕਲਚਰ ਬਾਰੇ ਆਪਾਂ 8th ਕਲਾਸ ਦੇ ਵਿੱਚ ਵੀ ਪੜ੍ਹਿਆ ਸੀ। ਹੁਣ ਆਪਾਂ ਇੱਥੋਂ ਪਿਕਚਰ ਦੀ ਹੈਲਪ ਦੇ ਨਾਲ ਰੀਡ ਕਰਦੇ ਹਾਂ। ਸਾਰਾ ਸਾਡਾ ਪੈਰਾਗ੍ਰਾਫ ਇਹਦੇ ਵਿੱਚ ਕਵਰ ਹੋ ਜਾਏਗਾ। ਕੀ ਕੀਤਾ ਜਾਂਦਾ ਕਿ ਅਜਿਹੇ ਲੋਕਾਂ ਵੱਲੋਂ ਜਦੋਂ ਆਪਣੀ ਕੋਈ ਜ਼ਮੀਨ ਨਹੀਂ ਹੁੰਦੀ, ਇਹ ਜੰਗਲ ਦੇ ਇੱਕ ਫੋਰੈਸਟ ਦੇ ਇੱਕ ਪਾਰਟ ਦੇ ਵਿੱਚ ਐਂਟਰ ਕਰਦੇ ਆ। ਉੱਥੋਂ ਜਾ ਕੇ ਕੁਛ ਪਾਰਟ ਦੇ ਵਿੱਚੋਂ, ਜਿਸ ਤਰ੍ਹਾਂ ਆਪਾਂ ਕਹਿ ਲਓ ਕਿ ਕਮਿਊਨਿਟੀ ਦੇ 10 ਲੋਕ ਆ, 20 ਲੋਕ ਆ, ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਕਿੰਨਾ ਅਨਾਜ ਚਾਹੀਦਾ ਹੈ ਉਨੇ ਕੁ ਰੁੱਖ ਕੱਟ ਲਏ ਜਾਂਦੇ ਆ। ਰੁੱਖਾਂ ਦੀਆਂ ਟਾਹਣੀਆਂ ਜਾਂ ਸੁੱਕੇ ਹੋਏ ਡਰਾਈਡ ਲੀਵਸ ਆ, ਜੋ ਬ੍ਰਾਂਚਿਸ ਆ, ਉਹਨਾਂ ਨੂੰ ਫਿਰ ਅੱਗ ਲਗਾ ਕੇ ਸੁਆਹ ਬਣਾ ਲਈ ਜਾਂਦੀ ਹੈ। ਜਦੋਂ ਇਹ ਸੁਆਹ ਬਣਾ ਲਈ ਜਾਂਦੀ ਹੈ, ਐਸ਼ਿਸ਼ ਨੂੰ ਫਿਰ ਜਿੱਥੇ ਰੁੱਖ ਕੱਟੇ ਹੁੰਦੇ ਉਸੇ ਮਿੱਟੀ ਦੇ ਵਿੱਚ ਮਿਲਾ ਲਿਆ ਜਾਂਦਾ ਹੈ। ਮਿਲਾ ਕੇ ਫਿਰ ਸਿੰਪਲ ਟੂਲਸ ਹੈ ਜੋ ਵੀ ਉਹਨਾਂ ਕੋਲ ਕਹੀਆਂ, ਕੁਹਾੜੇ ਵਗੈਰਾ ਐਕਸੈਟਰਾ ਦੇ ਨਾਲ ਜ਼ਮੀਨ ਨੂੰ ਫਰੋਲਿਆ ਜਾਂਦਾ ਹੈ, ਵਾਹ ਲਿਆ ਜਾਂਦਾ ਹੈ। ਇੱਥੇ ਖੇਤੀ ਕੀਤੀ ਜਾਂਦੀ ਹੈ। ਜਦੋਂ ਫਸਲ ਪੱਕ ਜਾਂਦੀ ਆ, ਇੱਥੋਂ ਫਸਲ ਪੱਕ ਕੇ ਕੱਟ ਕੇ ਆਪਣੇ ਨਾਲ ਲੈ ਕੇ ਜਾਂ ਸਟੋਰ ਕਰਦੇ ਆ, ਜਾਂ ਉਸ ਦੇ ਨਾਲ ਆਪਣਾ ਮੌਜੂਦਾ ਸਮੇਂ ਦਾ ਗੁਜ਼ਾਰਾ ਕਰ ਲੈਂਦੇ ਆ। ਉਹ ਇੰਨਾ ਕੰਮ ਕਰਨ ਤੋਂ ਬਾਅਦ ਇਹ ਲੋਕ ਫਿਰ ਇਸ ਖਾਲੀ ਕੀਤੇ ਟੁਕੜੇ ਨੂੰ ਜਾਂ ਯੂਜ਼ ਕੀਤੇ ਟੁਕੜੇ ਗਏ ਜ਼ਮੀਨ ਦੇ ਟੁਕੜੇ ਨੂੰ ਖਾਲੀ ਛੱਡ ਕੇ ਜੰਗਲ ਦੇ ਦੂਸਰੇ ਭਾਗ ਵਿੱਚ ਚੱਲ ਜਾਂਦੇ ਆ। ਉੱਥੇ ਜਾ ਕੇ ਫਿਰ ਇਹਨਾਂ ਵੱਲੋਂ ਨਵੇਂ ਸਿਰੇ ਤੋਂ ਰੁੱਖ ਕੱਟੇ ਜਾਂਦੇ ਆ। ਫਿਰ ਉਹਨਾਂ ਨੂੰ ਜਲਾ ਕੇ ਸੁਆਹ ਬਣਾ ਕੇ ਮਿੱਟੀ ਵਿੱਚ ਮਿਲਾ ਕੇ ਫਿਰ ਇਸੇ ਤਰੀਕੇ ਦੇ ਨਾਲ ਖੇਤੀਬਾੜੀ ਕੀਤੀ ਜਾਂਦੀ ਆ। ਇਸੇ ਤਰ੍ਹਾਂ ਸੈਕਿੰਡ ਟਾਈਮ ਹੀ ਉਹ ਉਸ ਜ਼ਮੀਨ ਦੇ ਟੁਕੜੇ ਨੂੰ ਖਾਲੀ ਛੱਡ ਕੇ ਫਿਰ ਜੰਗਲ ਦੇ ਅਗਲੇ ਪਾਰਟ ਵੱਲ ਚੱਲ ਜਾਂਦੇ ਆ। ਅਜਿਹੀ ਖੇਤੀ ਨੂੰ ਅਸੀਂ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਅਲੱਗ-ਅਲੱਗ ਨਾਮ ਦੇ ਨਾਲ ਜਾਣਦੇ ਹਾਂ। ਸਾਡੇ ਦੇਸ਼ ਵਿੱਚ ਵੀ ਇਸ ਐਗਰੀਕਲਚਰ ਦੇ ਕਾਫੀ ਨੇਮ ਦੱਸੇ ਗਏ ਆ। ਇਸ ਨੂੰ ਆਪਾਂ ਜਿਹੜਾ ਸਲੈਸ਼ ਐਂਡ ਬਰਨ ਦੇ ਨਾਲ ਨਾਲ ਜੂਮਿੰਗ ਐਗਰੀਕਲਚਰ ਦੇ ਨਾਮ ਨਾਲ ਵੀ ਜਾਣਦੇ ਹਾਂ। ਸੋ ਇਹ ਸਾਰੇ ਕੰਟਰੀਜ਼ ਨੇਮ, ਔਰ ਇਹਨਾਂ ਕੰਟਰੀਜ਼ ਦੇ ਵਿੱਚ ਇਸ ਤਰ੍ਹਾਂ ਦੀ ਖੇਤੀ ਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ, ਉਹੀ ਚੀਜ਼ ਨੂੰ ਐਕਸਪਲੇਨ ਕੀਤਾ ਗਿਆ ਹੈ। ਇਸ ਦੇ ਸਿਰਫ ਨੇਮ ਅਲੱਗ-ਅਲੱਗ ਆ। ਇਸ ਖੇਤੀ ਨੂੰ ਕਰਨ ਦਾ ਤਰੀਕਾ, ਮੈਥਡ ਸੇਮ ਆ। ਕਿਉਂਕਿ ਹਰੇਕ ਜਿੱਥੇ ਤੁਸੀਂ ਪੜ੍ਹੋਗੇ ਉੱਥੇ ਇਹੀ ਆ ਰਿਹਾ ਹੈ ਕਿ ਪਹਿਲਾਂ ਰੁੱਖ ਕੱਟ ਲਿਆ ਜਾਂਦਾ, ਫਿਰ ਸਲੈਸ਼ ਉਹਨਾਂ ਨੂੰ ਸਲੈਸ਼ ਸੁਆਹ ਵਗੈਰਾ ਬਣਾ ਕੇ ਮਿੱਟੀ ਵਿੱਚ ਮਿਲਾ ਲਿਆ ਜਾਂਦਾ ਹੈ। ਫਸਲ ਕੱਟਣ ਤੋਂ ਬਾਅਦ ਲੋਕਾਂ ਵੱਲੋਂ ਇਹਨੂੰ ਖਾਲੀ ਛੱਡ ਦਿੱਤਾ ਜਾਂਦਾ ਕਿ ਇਸ ਜ਼ਮੀਨ ਦੀ ਹੁਣ ਫਰਟੀਲਿਟੀ, ਉਪਜਾਊ ਸ਼ਕਤੀ ਜੋ ਉਹ ਖਤਮ ਹੋ ਗਈ ਹੈ, ਇਸ ਕਰਕੇ ਇੱਥੇ ਦੁਬਾਰਾ ਫਸਲ ਪੈਦਾ ਨਹੀਂ ਕੀਤੀ ਜਾ ਸਕਦੀ। ਇਸ ਜਿਹੜਾ ਵਾ ਕਨਸੈਪਸ਼ਨ ਨੂੰ ਲੈ ਕੇ, ਵਿਚਾਰਧਾਰਾ ਨੂੰ ਲੈ ਕੇ ਇਹ ਲੋਕ ਜ਼ਮੀਨ ਦੇ ਟੁਕੜੇ ਨੂੰ ਖਾਲੀ ਛੱਡ ਕੇ ਅਗਲੇ ਪਾਰਟ ਵੱਲ ਚੱਲ ਜਾਂਦੇ ਆ। ਨੈਕਸਟ ਸਾਡੇ ਕੋਲ ਆ ਜਾਂਦਾ ਇੱਕ ਛੋਟੀ ਜਿਹੀ ਸਟੋਰੀ ਦਿੱਤੀ ਹੋਈ ਹੈ ਸਾਨੂੰ। ਰਿੰਜਾ ਲਿਵਡ ਵਿਦ ਹਰ ਫੈਮਿਲੀ ਇਨ ਏ ਸਮਾਲ ਵਿਲੇਜ। ਰਿੰਜਾ ਆਪਣੇ ਪਰਿਵਾਰ ਦੇ ਨਾਲ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਹੈ। ਐਟ ਦਾ ਆਊਟਸਕਰਟ ਆਫ ਦਾ ਦਪੂ ਇਨ ਦਾ ਅਸਾਮ ਦੇ ਦਪੂ ਇਲਾਕੇ ਦੀਆਂ ਆਊਟਸਕਰਟ ਹੁੰਦਾ ਬੈਕਾਂ, ਜਿਹੜੇ ਅਸੀਂ ਬਾਹਰਲੇ ਪਿੰਡ ਤੋਂ ਬਾਹਰ ਜੂਹਾਂ ਤੋਂ ਬਾਹਰ ਮਕਾਨ ਬਣਾ ਲੈਂਦੇ ਹਾਂ। ਸ਼ੀ enjoy ਦਾ ਵਾਚਿੰਗ ਹਰ ਫੈਮਿਲੀ ਮੈਂਬਰਸ ਕਲੀਅਰਿੰਗ, ਸਲੈਸ਼ਿੰਗ ਐਂਡ ਦਾ ਬਰਨਿੰਗ ਏ ਪੈਚ ਆਫ ਲੈਂਡ ਫਾਰ ਕਲਟੀਵੇਸ਼ਨ। ਉਹ ਵੇਖਦੀ ਆ ਅਤੇ ਇੰਜੋਏ ਕਰਦੇ ਕਿ ਕਿਵੇਂ ਉਸ ਦੇ ਪਰਿਵਾਰ ਦੇ ਮੈਂਬਰ ਸਲੈਸ਼ ਐਂਡ ਬਰਨ ਐਗਰੀਕਲਚਰ ਕਰ ਰਹੇ ਆ। ਸ਼ੀ ਆਫਨ ਹੈਲਪਸ ਦੈਮ ਇਨ ਇਰੀਗੇਟਿੰਗ ਦਾ ਫੀਲਡ ਵਿਦ ਦਾ ਵਾਟਰ ਰਨਿੰਗ ਥਰੂ ਏ ਬੈਂਬੂ ਕੈਨਲ ਫਰੋਮ ਦਾ ਨੀਅਰ ਬਾਏ ਸਪਰਿੰਗ। ਅਤੇ ਕਈ ਵਾਰ ਉਹ ਵੀ ਆਪਣੇ ਪਰਿਵਾਰ ਦੀ ਹੈਲਪ ਕਰਦੀ ਹੈ ਖੇਤਾਂ ਨੂੰ ਪਾਣੀ ਦੇਣ ਵਾਸਤੇ। ਅਤੇ ਖੇਤਾਂ ਨੂੰ ਪਾਣੀ ਕਿਵੇਂ ਦਿੰਦੇ ਆ ਉਹ ਬੈਂਬੂ ਕੈਨਲ ਫਰੋਮ ਦਾ ਨੀਅਰ ਬਾਏ ਸਪਰਿੰਗ, ਜੋ ਆਪਾਂ ਲਾਸਟ ਲੈਕਚਰ ਵਿੱਚ ਬੈਂਬੂ ਬਾਰੇ ਪੜ੍ਹਿਆ ਸੀ ਕਿ ਕਿਵੇਂ ਬਾਂਸ ਦੀ ਹੈਲਪ ਦੇ ਨਾਲ ਖੇਤਾਂ ਤੱਕ ਪਾਣੀ ਪਹੁੰਚਾਇਆ ਜਾਂਦਾ ਹੈ। She loves the surrounding and wants to stay here as long as she can। ਕਹਿੰਦੇ ਉਹ ਆਪਣੇ ਆਸ-ਪਾਸ ਦੇ ਇਲਾਕੇ ਨੂੰ ਪਸੰਦ ਕਰਦੀ ਹੈ ਅਤੇ ਹਮੇਸ਼ਾ ਇੱਥੇ ਹੀ ਰਹਿਣਾ ਚਾਹੁੰਦੀ ਹੈ। ਬਟ ਦਿਸ ਲਿਟਲ ਗਰਲ ਹੈਜ਼ ਨੋ ਆਈਡੀਆ ਅਬਾਊਟ ਦਾ ਡਿਕਲਾਈਨਿੰਗ ਫਰਟੀਲਿਟੀ ਆਫ ਦਾ ਸੋਇਲ। ਪਰ ਇਸ ਛੋਟੀ ਬੱਚੀ ਨੂੰ ਇਹ ਨਹੀਂ ਪਤਾ ਕਿ ਜਿਸ ਜਗ੍ਹਾ 'ਤੇ ਜਿਸ ਜ਼ਮੀਨ ਦੇ ਵਿੱਚ ਉਹ ਖੇਤੀਬਾੜੀ ਕਰ ਰਹੇ ਆ, ਇਸ ਮਿੱਟੀ ਦੀ ਉਪਜਾਊ ਸ਼ਕਤੀ ਜਿਹੜੀ ਆ ਉਸ ਦਾ ਪਤਨ ਹੋ ਜਾਵੇਗਾ। ਐਂਡ ਹਰ ਫੈਮਿਲੀ ਸਰਚ ਫਾਰ ਫਰੈਸ਼ ਏ ਪੈਚ ਆਫ ਲੈਂਡ ਇਨ ਦਾ ਨੈਕਸਟ ਸੀਜ਼ਨ। ਅਤੇ ਅਗਲੇ ਸੀਜ਼ਨ ਦੇ ਵਿੱਚ ਉਸ ਦਾ ਪਰਿਵਾਰ ਇੱਥੋਂ ਮੂਵ ਕਰ ਜਾਏਗਾ ਇੱਕ ਫਰੈਸ਼ ਨਵੀਂ ਜ਼ਮੀਨ ਦੇ ਟੁਕੜੇ ਵਾਸਤੇ, ਜਿੱਥੇ ਕਿ ਫਰਟੀਲਿਟੀ ਮੌਜੂਦ ਹੋਵੇ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਕੈਨ ਯੂ ਨੇਮ ਦਾ ਟਾਈਪ ਆਫ ਦਾ ਫਾਰਮਿੰਗ ਰੇਂਜਸ ਫੈਮਿਲੀ ਇਜ਼ ਐਨਗੇਜਡ ਇਨ।
ਕਹਿੰਦੇ ਰਿੰਜਾ ਦੀ ਫੈਮਿਲੀ ਕਿਸ ਤਰ੍ਹਾਂ ਦੀ ਖੇਤੀਬਾੜੀ ਵਿੱਚ ਲੱਗੀ ਹੋਈ ਕੀ ਤੁਸੀਂ ਉਸ ਫਾਰਮਿੰਗ ਦਾ ਨੇਮ ਦੇ ਸਕਦੇ ਹੋ? ਦਿਸ ਇਜ਼ ਅ ਸਿੰਪਲ ਆਨਸਰ। You can write answer on your notebook. Can you enlist some crops which are grown in such farming? ਕੀ ਤੁਸੀਂ ਕੁਝ ਅਜਿਹੀਆਂ ਫਸਲਾਂ ਦੇ ਨੇਮ ਲਿਖ ਸਕਦੇ ਹੋ ਜੋ ਇਸ ਤਰ੍ਹਾਂ ਦੀ ਖੇਤੀਬਾੜੀ ਦੇ ਨਾਲ ਕੀਤੀਆਂ ਜਾਂਦੀਆਂ, ਜਾਂ ਇਸ ਤਰ੍ਹਾਂ ਦੀ ਖੇਤੀਬਾੜੀ ਦੇ ਤਰੀਕੇ ਵਿੱਚ ਜੋ ਵੀ ਫਸਲਾਂ ਅਸੀਂ ਤਿਆਰ ਕਰ ਸਕਦੇ ਹਾਂ ਉਹਨਾਂ ਫਸਲਾਂ ਦੇ ਨੇਮ ਲਿਖੋ। ਨੈਕਸਟ ਸਾਡੇ ਕੋਲ ਆ ਜਾਂਦੀ ਹੈ ਟਾਈਪ ਇੰਟੈਂਸਿਵ ਸਬਸਿਸਟੈਂਸ ਫਾਰਮਿੰਗ। ਇਸ ਤਰ੍ਹਾਂ ਦੀ ਖੇਤੀਬਾੜੀ ਉਹਨਾਂ ਨੇ ਦੱਸਿਆ ਕਿ ਹਾਈ ਪਾਪੂਲੇਸ਼ਨ ਜਿਹੜੇ ਇਲਾਕਿਆਂ ਦੇ ਵਿੱਚ ਪਾਪੂਲੇਸ਼ਨ ਬਹੁਤ ਜ਼ਿਆਦਾ ਹੋਵੇ ਉਹਨਾਂ ਇਲਾਕਿਆਂ ਦੇ ਵਿੱਚ ਕੀਤੀ ਜਾਂਦੀ ਹੈ। ਕੀ ਹੁੰਦਾ ਕਿ ਉੱਥੇ ਜ਼ਮੀਨ ਦਾ ਆਕਾਰ ਜਾਂ ਜ਼ਮੀਨ ਦਾ ਟੋਟਾ ਲੋਕਾਂ ਦੇ ਕੋਲ ਥੋੜ੍ਹਾ ਹੁੰਦਾ ਹੈ, ਔਰ ਉਸ ਥੋੜ੍ਹੀ ਜ਼ਮੀਨ ਦੇ ਵਿੱਚੋਂ ਹੀ ਪਾਪੂਲੇਸ਼ਨ ਜ਼ਿਆਦਾ ਹੋਣ ਦਾ ਕਰਕੇ ਸਾਰੇ ਲੋਕਾਂ ਵਾਸਤੇ ਵੱਧ ਤੋਂ ਵੱਧ ਅਨਾਜ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰ ਅਨਾਜ ਪ੍ਰਾਪਤ ਦੀ ਕੋਸ਼ਿਸ਼ ਵਾਸਤੇ ਫਿਰ ਕੀ ਕੀਤਾ ਜਾਂਦਾ ਹੈ ਕਿ ਬਾਇਓਕੈਮੀਕਲ ਜੋ ਵੀ ਅਸੀਂ ਬਣਾਉਟੀ ਖਾਦਾਂ ਤਿਆਰ ਕੀਤੀਆਂ ਜਾਂ ਮੌਨਸੂਨ ਤੋਂ ਇਲਾਵਾ ਹੋਰ ਕਿਹੜੇ ਤਰੀਕੇ ਨਾਲ ਅਸੀਂ ਆਪਣੇ ਖੇਤਾਂ ਨੂੰ ਇਰੀਗੇਟ ਕਰ ਸਕਦੇ ਹਾਂ, ਉਹ ਸਾਰੇ ਮੈਥਡ ਇੱਥੇ ਯੂਜ਼ ਕੀਤੇ ਜਾਂਦੇ ਆ ਤਾਂ ਕਿ ਅਸੀਂ ਵੱਧ ਤੋਂ ਵੱਧ ਪ੍ਰੋਡਕਸ਼ਨ, ਵੱਧ ਤੋਂ ਵੱਧ ਝਾੜ ਪ੍ਰਾਪਤ ਕਰ ਸਕੀਏ। ਇੱਥੇ ਸਾਨੂੰ ਹੁਣ ਕੁਐਸਚਨ ਪੁੱਟ ਕੀਤਾ ਗਿਆ ਹੈ ਕਿ ਕੁਝ ਅਜਿਹੀਆਂ ਸਟੇਟਸ ਦੇ ਨੇਮ ਦੱਸੋ ਜਿੱਥੇ ਕਿ ਇੰਟੈਂਸਿਵ ਸਬਸਿਸਟੈਂਸ ਫਾਰਮਿੰਗ ਮਤਲਬ ਤੀਬਰ ਨਿਰਭਰ ਖੇਤੀ ਕੀਤੀ ਜਾਂਦੀ ਹੋਵੇ। ਨੈਕਸਟ ਪੈਰਾਗ੍ਰਾਫ ਦੇ ਵਿੱਚ ਸਾਨੂੰ ਉਹਨਾਂ ਨੇ ਜ਼ਮੀਨ ਦੇ ਆਕਾਰ, ਜੋ ਜ਼ਮੀਨ ਦਾ ਸਾਈਜ਼ ਅਸੀਂ ਕਿ ਆਖਿਆ ਕਿ ਛੋਟਾ ਹੁੰਦਾ, ਉਸ ਦਾ ਰੀਜ਼ਨ ਇੱਕ ਦੱਸਿਆ ਹੈ ਕਿ ਜ਼ਮੀਨ ਜੋ ਇਨਹੈਰੀਟੈਂਸ ਹੈ ਮਤਲਬ ਪਿਤਾ ਪੁਰਖੀਆ, ਇੱਕ ਪਿਤਾ ਦੀ ਜ਼ਮੀਨ ਉਸਦੇ ਅੱਗੇ ਬੱਚਿਆਂ ਦੇ ਵਿੱਚ ਵੰਡ ਦਿੱਤੀ ਜਾਂਦੀ ਹੈ। ਅਜਿਹੀ ਡਿਵੀਜ਼ਨ ਦਾ ਕਰਕੇ ਜ਼ਮੀਨ ਦਾ ਆਕਾਰ ਛੋਟਾ ਹੁੰਦਾ ਜਾ ਰਿਹਾ ਹੈ। ਐਗਜ਼ਾਮਪਲ ਦੇ ਤੌਰ 'ਤੇ ਦੇਖੋ ਕਿ ਇੱਕ ਵਿਅਕਤੀ ਸੀ, ਉਸਨੇ ਆਪਣੇ ਪਿਤਾ ਦੇ ਕੋਲੋਂ 10 ਕਿੱਲੇ ਜ਼ਮੀਨ ਜਿਹੜੀ ਹੈ 10 ਏਕੜ ਜ਼ਮੀਨ ਪ੍ਰਾਪਤ ਕੀਤੀ। ਅੱਗੋਂ ਉਸ ਵਿਅਕਤੀ ਦੇ 2 ਪੁੱਤਰ ਹੋਏ, ਉਹਨਾਂ ਦੋਨਾਂ ਦੇ ਵਿੱਚ ਫਿਰ ਇਹ 10 ਕਿੱਲੇ ਵੰਡ ਦਿੱਤੇ ਗਏ, 5-5 ਕਿੱਲੇ ਜ਼ਮੀਨ ਹੋ ਗਈ। ਫਿਰ ਅੱਗੇ ਇਹਨਾਂ ਹਰੇਕ ਵਿਅਕਤੀ ਦੇ 2-2 ਪੁੱਤਰ ਸੀ, ਉਹਨਾਂ ਨੇ ਆਪਣੇ ਪੁੱਤਰਾਂ ਵਿੱਚ ਵੰਡੀ ਜ਼ਮੀਨ 2.5 ਏਕੜ ਪਰ ਪਰਸਨ ਰਹਿ ਗਈ। ਇਸੇ ਤਰੀਕੇ ਨਾਲ ਅੱਗੇ ਜਦੋਂ ਸਾਡੀ ਪੀੜ੍ਹੀ ਦਰ ਪੀੜ੍ਹੀ ਜ਼ਮੀਨ ਵੰਡੀ ਜਾਂਦੀ ਹੈ, ਜ਼ਮੀਨ ਦਾ ਆਕਾਰ ਛੋਟਾ ਹੋ ਜਾਂਦਾ ਹੈ ਔਰ ਸਾਡਾ ਪਰਿਵਾਰ ਜਦੋਂ ਵੱਧਦਾ ਹੀ ਜਾਂਦਾ, ਅਸੀਂ ਇਸ ਸਾਰੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਵੱਧ ਤੋਂ ਵੱਧ ਥੋੜ੍ਹੇ ਖੇਤਾਂ ਦੇ ਵਿੱਚੋਂ ਵੱਧ ਅਨਾਜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਸ ਦੇ ਵਜੋਂ ਫਿਰ ਅਸੀਂ ਬਾਇਓਕੈਮੀਕਲ ਖਾਦਾਂ, ਦਵਾਈਆਂ ਵਗੈਰਾ ਯੂਜ਼ ਕਰਦੇ ਹਾਂ ਔਰ ਇਰੀਗੇਸ਼ਨ ਦੇ ਵੀ ਡੁਪਲੀਕੇਟ ਮੈਥਡ ਯੂਜ਼ ਕਰਕੇ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਨੈਕਸਟ ਸਾਡੇ ਕੋਲ ਆ ਜਾਂਦੀ ਹੈ ਕਮਰਸ਼ੀਅਲ ਫਾਰਮਿੰਗ। ਕਮਰਸ਼ੀਅਲ ਫਾਰਮਿੰਗ ਹੁੰਦੀ ਹੈ ਵਪਾਰਿਕ ਖੇਤੀ, ਜਿਸ ਦੇ ਵਿੱਚ ਇੱਕ ਕਿਸਾਨ ਵੱਲੋਂ ਆਪਣੇ ਪਰਿਵਾਰ ਜਾਂ ਕਮਿਊਨਿਟੀ ਦੇ ਗੁਜ਼ਾਰੇ ਵਾਸਤੇ ਫਸਲ ਨਹੀਂ ਤਿਆਰ ਕੀਤੀ ਜਾਂਦੀ, ਸਗੋਂ ਇੱਕ ਬਿਜ਼ਨਸਮੈਨ ਵਾਂਗ ਇਸ ਨੂੰ ਵਪਾਰਿਕ ਮੰਡੀ ਦੇ ਵਿੱਚ ਵੇਚਣ ਵਾਸਤੇ ਫਸਲ ਨੂੰ ਤਿਆਰ ਕੀਤਾ ਜਾਂਦਾ ਹੈ। ਇਸ ਦੀ ਜਿਹੜੀ ਮੁੱਖ ਵਿਸ਼ੇਸ਼ਤਾ ਕੀ ਹੁੰਦੀ ਹੈ? ਹਾਇਰ ਡੋਜ਼ਿਸ ਆਫ ਮਾਡਰਨ ਇਨਪੁਟਸ, ਕਿ ਇਸ ਤਰ੍ਹਾਂ ਦੀ ਖੇਤੀਬਾੜੀ ਦੇ ਵਿੱਚ ਮਾਡਰਨ ਟੈਕਨੀਕਸ ਜੋ ਵੀ ਕੰਬਾਈਨਾਂ, ਟਰੈਕਟਰ, ਹੱਲਾਂ ਜਾਂ ਨਵੇਂ ਫਸਲਾਂ ਦੇ ਬੀਜ ਆ ਰਹੇ ਆ, ਸਪਰੇਅ ਪੰਪ ਆ ਰਹੇ ਆ, ਕੁਝ ਨਵੀਆਂ ਖਾਦਾਂ ਆ ਰਹੀਆਂ, ਕੈਮੀਕਲ ਆ ਰਹੇ ਆ, ਇਹ ਸਾਰਾ ਕੁਝ ਇਸ ਤਰ੍ਹਾਂ ਦੀ ਖੇਤੀਬਾੜੀ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਔਰ ਬੀਜ ਦੀ ਵੈਰਾਈਟੀ ਹਾਈ ਯੀਲਡਿੰਗ ਵੈਰਾਈਟੀ, ਜਿਸ ਨੂੰ ਅਸੀਂ ਹਾਈਬ੍ਰਿਡ ਬੀਜ ਕਹਿ ਦਿੰਦੇ ਹਾਂ, ਮਤਲਬ ਜ਼ਿਆਦਾ ਪੈਦਾਵਾਰ ਦੇਣ ਵਾਲੇ ਬੀਜ ਹੈ ਜਿਹੜੇ ਉਹ ਯੂਜ਼ ਕੀਤੇ ਜਾਂਦੇ ਆ। ਕੈਮੀਕਲ ਖਾਦਾਂ, ਇੰਸੈਕਟੀਸਾਈਡ, ਪੈਸਟੀਸਾਈਡ, ਕੀਟਨਾਸ਼ਕ, ਕੀੜੇ ਮਾਰਨ ਵਾਲੀਆਂ ਅਤੇ ਵਾਧੂ ਘਾਹ ਵਗੈਰਾ ਮਾਰਨ ਵਾਲੀਆਂ ਦਵਾਈਆਂ ਯੂਜ਼ ਕੀਤੀਆਂ ਜਾਂਦੀਆਂ ਹੈ। ਹਾਇਰ ਪ੍ਰੋਡਕਟਿਵਿਟੀ, ਜਿਸ ਦੇ ਨਾਲ ਜਿਹੜਾ ਜ਼ਿਆਦਾ ਝਾੜ ਪ੍ਰਾਪਤ ਕੀਤਾ ਜਾਂਦਾ ਹੈ ਫਸਲ ਦਾ। ਡਿਗਰੀ ਆਫ ਦਾ ਕਮਰਸ਼ੀਅਲਾਈਜੇਸ਼ਨ ਆਫ ਐਗਰੀਕਲਚਰ ਵੇਰੀਜ਼ ਫਰੋਮ ਵਨ ਰੀਜਨ ਟੂ ਅਨਦਰ, ਕਿ ਕਿਸੇ ਖੇਤਰ ਦੇ ਵਿੱਚ ਵਪਾਰਕ ਖੇਤੀ ਦੀ ਕਿਸਮ ਅਲੱਗ-ਅਲੱਗ ਹੋ ਸਕਦੀ ਹੈ। ਐਗਜ਼ਾਮਪਲ ਦੇ ਤੌਰ 'ਤੇ ਹੁਣ ਪੰਜਾਬ ਅਤੇ ਹਰਿਆਣੇ ਲੋਕ ਜ਼ਿਆਦਾ ਪੈਡੀ ਜਿਹੜਾ ਆਪਣਾ ਨਹੀਂ ਵਰਤਦੇ, ਚੌਲ ਜ਼ਿਆਦਾ ਨਹੀਂ ਖਾਂਦੇ, ਪਰ ਇਹਨਾਂ ਵੱਲੋਂ ਪੈਦਾ ਕੀਤਾ ਜਾਂਦਾ ਹੈ। ਫਿਰ ਇਹਨਾਂ ਲੋਕਾਂ ਵੱਲੋਂ ਕੀ ਕੀਤਾ ਜਾਂਦਾ ਹੈ, ਜਿਹੜੀ ਚੀਜ਼ ਪੈਦਾ ਕੀਤੀ ਜਾਂਦੀ ਪਰ ਆਪਣੇ ਘਰ ਵਿੱਚ ਜ਼ਿਆਦਾ ਨਹੀਂ ਵਰਤਣੀ, ਉਹਨੂੰ ਵੇਚ ਦਿੱਤਾ ਜਾਂਦਾ ਹੈ। ਇਸ ਤੋਂ ਉਲਟ ਕਹਿੰਦੇ ਉੜੀਸਾ ਦੇ ਵਿੱਚ ਰਾਈਸ ਜਿਹੜਾ ਪੈਦਾ ਕੀਤਾ ਜਾਂਦਾ, ਪਰ ਇਹ ਸਬਸਿਸਟੈਂਸ ਕਰੋਪ ਆ, ਕਿ ਉੱਥੋਂ ਦੇ ਲੋਕਾਂ ਵੱਲੋਂ ਰਾਈਸ ਆਪ ਪੈਦਾ ਕਰਕੇ ਆਪੇ ਵਰਤ ਲਿਆ ਜਾਂਦਾ, ਇਸ ਕਰਕੇ ਉਸ ਚੀਜ਼ ਦੇ ਨਾਲ ਇਹ ਆਪਣਾ ਗੁਜ਼ਾਰਾ ਕਰਦੇ ਆ। ਪਰ ਪੰਜਾਬ ਔਰ ਹਰਿਆਣੇ ਦੇ ਲੋਕ ਇਸ ਨੂੰ ਪੈਦਾ ਕਰਕੇ ਵੇਚਦੇ ਆ, ਇਸ ਕਰਕੇ ਕਮਰਸ਼ੀਅਲ ਕਰੋਪ ਹੋ ਜਾਂਦੀ ਹੈ। ਇੱਥੇ ਵੀ ਸਾਨੂੰ ਉਹਨਾਂ ਨੂੰ ਕੋਈ ਫਸਲਾਂ ਦੇ ਨੇਮ ਲਿਖਣ ਵਾਸਤੇ ਕਿਹਾ ਹੈ ਜੋ ਇੱਕ ਰੀਜਨ ਦੇ ਵਿੱਚ ਕਮਰਸ਼ੀਅਲ ਹੋਣ, ਪਰ ਦੂਸਰੇ ਇਲਾਕੇ ਦੇ ਵਿੱਚ ਜਾ ਕੇ ਉਹ ਸਿਰਫ ਸਬਸਿਸਟੈਂਸ ਗੁਜ਼ਾਰੇ ਵਜੋਂ ਵਰਤੀਆਂ ਜਾਂਦੀਆਂ ਹੋਣ। ਨੈਕਸਟ ਟਾਈਪ ਸਾਡੇ ਕੋਲ ਐਗਰੀਕਲਚਰ ਦੀ ਆ ਜਾਂਦੀ ਆ ਪਲਾਂਟੇਸ਼ਨ। ਪਲਾਂਟੇਸ਼ਨ ਹੁੰਦਾ ਹੈ ਬਾਗਬਾਨੀ, ਮਤਲਬ ਬਾਗਬਾਨ ਖੇਤੀ ਕਰਨੀ। ਇਜ਼ ਆਲਸੋ ਅ ਟਾਈਪ ਆਫ ਕਮਰਸ਼ੀਅਲ ਫਾਰਮਿੰਗ। ਇਨ ਦਿਸ ਟਾਈਪ ਆਫ ਫਾਰਮਿੰਗ ਏ ਸਿੰਗਲ ਕਰੋਪ ਇਜ਼ ਗਰੋਨ ਔਨ ਏ ਲਾਰਜ ਏਰੀਆ। ਹੁਣ ਇਸ ਤਰ੍ਹਾਂ ਦੀ ਫਸਲ ਦੀ ਵਿਸ਼ੇਸ਼ਤਾ ਹੈ ਕਿ ਸਾਡੇ ਕੋਲ ਜੇਕਰ ਪਿੰਡਾਂ ਦੇ ਵਿੱਚ ਕਿਸੇ ਕਿਸਾਨ ਦੇ ਕੋਲ 5 ਜਾਂ 10 ਕਿੱਲੇ ਹੁੰਦੇ ਆ, ਉਹ 5-10 ਕਿੱਲਿਆਂ ਦੇ ਵਿੱਚ ਵੱਖ ਵੈਰਾਈਟੀ ਦੀ ਫਸਲ ਜਿਹੜੀ ਤਿਆਰ ਕਰ ਲੈਂਦਾ ਹੈ। ਪਰ ਅਜਿਹੀ ਖੇਤੀਬਾੜੀ ਜਿਹੜੇ ਇਲਾਕਿਆਂ ਦੇ ਵਿੱਚ ਕੀਤੀ ਜਾਂਦੀ ਹੈ, ਖਾਸ ਕਰਕੇ
ਮਾਊਂਟੇਨ ਏਰੀਆ ਔਰ ਹਿਲੀ ਏਰੀਆ ਦੇ ਵਿੱਚ ਕੀਤੀ ਜਾਂਦੀ ਹੈ, ਜਿੱਥੇ ਬਾਰਿਸ਼ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ। ਇਹਨਾਂ ਇਲਾਕਿਆਂ ਦੇ ਵਿੱਚ ਜਿੱਥੋਂ ਤੱਕ ਵੀ ਅਸੀਂ ਨਿਗਾਹ ਮਾਰਦੇ ਹਾਂ 100 200 300 400 500 ਏਕੜ ਜ਼ਮੀਨ ਤੱਕ, ਉੱਥੇ ਸੇਮ ਹੀ ਤੁਹਾਨੂੰ ਇੱਕ ਹੀ ਤਰ੍ਹਾਂ ਦੀ ਫਸਲ ਜਿਹੜੀ ਆ ਵੇਖਣ ਨੂੰ ਮਿਲੇਗੀ। ਇਸ ਦਾ ਕਾਰਨ ਕੀ ਹੁੰਦਾ ਹੈ? ਇੱਕ ਤਾਂ ਜ਼ਿਆਦਾ ਬਾਰਿਸ਼ ਹੋਣ ਦਾ ਕਰਕੇ, ਔਰ ਸੈਕਿੰਡ ਸਲੋਪਿੰਗ ਏਰੀਆ ਹੋਣ ਦਾ ਕਰਕੇ ਕਿਸਾਨਾਂ ਵੱਲੋਂ ਹੋਰ ਕੋਈ ਫਸਲ ਤਿਆਰ ਕਰਨੀ ਪੋਸੀਬਲ ਨਹੀਂ ਹੁੰਦੀ। ਨੈਕਸਟ ਇਹਨਾਂ ਨੇ ਆਖਿਆ ਕਿ ਪਲਾਂਟੇਸ਼ਨ ਐਗਰੀਕਲਚਰ ਵੀ ਖੇਤੀਬਾੜੀ ਦੇ ਨਾਲ ਔਰ ਇੰਡਸਟਰੀ ਕਾਰਖਾਨੇ ਦੇ ਨਾਲ ਸੰਬੰਧਿਤ ਤੇ ਪਲਾਂਟੇਸ਼ਨ ਕਵਰ ਲਾਰਜ ਟ੍ਰੈਕਟ ਆਫ ਦਾ ਲੈਂਡ ਯੂਜ਼ਿੰਗ ਕੈਪੀਟਲ ਇੰਟੈਂਸਿਵ। ਇਸ ਤਰ੍ਹਾਂ ਦੀ ਖੇਤੀਬਾੜੀ ਦੇ ਵਿੱਚ ਜ਼ਮੀਨ ਦਾ ਇੱਕ ਵੱਡਾ ਲੰਬਾ ਟੁਕੜਾ ਘੇਰਿਆ ਜਾਂਦਾ ਹੈ। ਕੈਪੀਟਲ ਇੰਟੈਂਸਿਵ, ਇਸ ਦੇ ਉੱਪਰ ਆਰਥਿਕ ਪੂੰਜੀ ਕਾਫੀ ਖਪਤ ਕੀਤੀ ਜਾਂਦੀ ਹੈ, ਮਤਲਬ ਕਾਫੀ ਇਸ ਦੇ ਉੱਪਰ ਖਰਚਾ ਵੀ ਕੀਤਾ ਜਾਂਦਾ ਹੈ। ਵਿਦ ਦਾ ਹੈਲਪ ਆਫ ਦਾ ਮਾਈਗਰੈਂਟ ਲੇਬਰ, ਅਤੇ ਮਾਈਗਰੈਂਟ ਲੇਬਰ ਜੋ ਦੂਸਰੇ ਇਲਾਕੇ ਤੋਂ ਲੇਬਰ ਆਉਂਦੀ ਹੈ ਉਸ ਨੂੰ ਯੂਜ਼ ਕੀਤਾ ਜਾਂਦਾ ਹੈ। ਆਲ ਦਾ ਪ੍ਰੋਡਕਟ ਇਜ਼ ਯੂਜ਼ਡ ਐਜ ਏ ਰਾ ਮਟੀਰੀਅਲ ਇਨ ਦਾ ਰਿਸਪੈਕਟਿਵ ਇੰਡਸਟਰੀਜ਼। ਅਤੇ ਜੋ ਵੀ ਪ੍ਰੋਡਕਟ ਤਿਆਰ ਕੀਤਾ ਜਾਂਦਾ ਹੈ ਇਸ ਦੇ ਨਾਲ ਸੰਬੰਧਿਤ ਇੰਡਸਟਰੀਆਂ ਦੇ ਵਿੱਚ ਇਸ ਨੂੰ ਰਾ ਮਟੀਰੀਅਲ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਮਤਲਬ ਇਸ ਤਰ੍ਹਾਂ ਦੀ ਖੇਤੀਬਾੜੀ ਨੂੰ ਅਸੀਂ ਕਹਿ ਸਕਦੇ ਹਾਂ ਜਿਸ ਦਾ ਅਸੀਂ ਪੂਰਾ ਪੌਦਾ ਨਹੀਂ ਕੱਟਦੇ, ਉਸ ਪੌਦੇ ਨੂੰ ਲੱਗਣ ਵਾਲੇ ਫਰੂਟਸ ਔਰ ਫਲਾਵਰ ਨੂੰ ਕੱਟ ਕੇ ਅਸੀਂ ਆਪਣਾ ਇੰਡਸਟਰੀ ਦੇ ਵਿੱਚ ਸੇਲ ਕਰਦੇ ਹਾਂ। ਜਿਵੇਂ ਕਿ ਚਾਹ ਦੀ ਖੇਤੀ ਹੋ ਗਈ, ਚਾਹ ਪੱਤੀ ਦੇ ਬਾਗ ਲਗਾਏ ਹੋਣ, ਉਸ ਦੇ ਪੱਤੇ ਤੋੜ ਕੇ ਆਪਾਂ ਸੇਲ ਕਰ ਦਿੰਦੇ ਹਾਂ। ਇੱਥੇ ਸਾਨੂੰ ਬਨਾਨਾ ਟਰੀ ਦਿੱਤੇ ਆ, ਬਨਾਨਾ ਦਾ ਪੂਰਾ ਅਸੀਂ ਟਰੀ ਨਹੀਂ ਕੱਟਣਾ, ਇਸ ਨੂੰ ਲੱਗਣ ਵਾਲਾ ਫਰੂਟ ਅਸੀਂ ਕੱਟ ਕੇ ਇੰਡਸਟਰੀ ਦੇ ਵਿੱਚ ਵੇਚ ਦੇਣਾ ਹੈ। ਇੰਡੀਆ ਦੇ ਵਿੱਚ ਅਜਿਹੀ ਖੇਤੀ ਉਹਨਾਂ ਨੇ ਆਖਿਆ ਕਿ ਟੀ, ਕੌਫੀ, ਰਬਰ, ਸ਼ੂਗਰ ਕੈਨ, ਬਨਾਨਾ ਐਕਸੈਟਰਾ ਦੀ ਕੀਤੀ ਜਾਂਦੀ ਹੈ, ਜੋ ਕਿ ਖਾਸ ਕਰਕੇ ਅਸਾਮ, ਨਾਰਥ ਬੰਗਾਲ ਦੇ ਵਿੱਚ, ਕਰਨਾਟਕਾ ਦੇ ਵਿੱਚ ਆਦਿ ਇਲਾਕਿਆਂ ਦੇ ਵਿੱਚ ਕੀਤੀ ਜਾਂਦੀ ਹੈ। ਨੈਕਸਟ, ਇਸ ਤਰ੍ਹਾਂ ਦੀ ਖੇਤੀਬਾੜੀ ਵਾਸਤੇ ਉਹਨਾਂ ਸਾਨੂੰ ਆਖਿਆ ਹੈ ਕਿ ਵੈਲ ਡਿਵੈਲਪਡ ਨੈਟਵਰਕ ਆਫ ਟਰਾਂਸਪੋਰਟ ਹੋਣਾ ਚਾਹੀਦਾ, ਕਿ ਆਵਾਜਾਈ ਦੇ ਸਾਧਨ ਦੇ ਬਿਲਕੁਲ ਤੁਰੰਤ ਉਸੇ ਵੇਲੇ ਦੂਸਰੇ ਇਲਾਕੇ ਤੱਕ ਪਹੁੰਚਾਉਣ ਵਾਸਤੇ ਸਹੂਲਤ ਹੋਣੀ ਚਾਹੀਦੀ ਹੈ। ਕਿਉਂਕਿ ਜਿਸ ਤਰ੍ਹਾਂ ਆਪਾਂ ਇੱਕ ਬਲੂਮਿੰਗ ਫਲਾਵਰ ਨੂੰ ਤੋੜ ਕੇ ਰੱਖ ਲੈਂਦੇ ਹਾਂ, ਪਲੱਕ ਕਰਕੇ ਆਪਾਂ ਘਰ ਵਿੱਚ ਪਿਆ ਰਹਿੰਦੀ, ਉਹ ਜਿਹੜਾ ਮੁਰਝਾਉਣਾ ਸ਼ੁਰੂ ਹੋ ਜਾਂਦਾ। ਇਸੇ ਤਰੀਕੇ ਨਾਲ ਅਜਿਹੀ ਫਸਲ ਹੈ ਇਹ ਕਿ ਅਗਰ ਇਸ ਨੂੰ ਆਪਾਂ ਆਪਣੀ ਇੰਡਸਟਰੀ ਦੇ ਵਿੱਚ, ਖੇਤਾਂ ਦੇ ਵਿੱਚ ਪਈ ਰਹਿਣ ਦਾਂਗੇ, ਇਸ ਦਾ ਰੰਗ ਰੂਪ, ਇਸ ਦੀ ਸ਼ੇਪ ਚੇਂਜ ਹੋਣੀ ਸ਼ੁਰੂ ਹੋ ਜਾਏਗੀ, ਔਰ ਮਾਰਕੀਟ ਦੇ ਵਿੱਚ ਸਾਨੂੰ ਇਹਦੀ ਪ੍ਰੋਪਰ ਵੈਲਿਊ ਪ੍ਰਾਪਤ ਨਹੀਂ ਹੋਏਗੀ। ਸੋ ਇਸ ਕਰਕੇ ਪੂਰੀ ਟਰਾਂਸਪੋਰਟ ਦੀ ਸਹੂਲਤ ਹੋਣੀ ਚਾਹੀਦੀ ਕਿ ਜਦੋਂ ਵੀ ਅਸੀਂ ਇਸ ਨੂੰ ਆਪਣੇ ਖੇਤਾਂ ਵਿੱਚ ਤੋੜੀਏ, ਐਟ ਏ ਟਾਈਮ ਇਸ ਦੇ ਨਾਲ ਸੰਬੰਧਿਤ ਇੰਡਸਟਰੀ ਤੱਕ ਇਸ ਨੂੰ ਪਹੁੰਚਾਇਆ ਜਾ ਸਕੇ। ਨੈਕਸਟ ਸਾਡੇ ਕੋਲ ਆ ਜਾਂਦੇ ਆ ਕਿ ਕ੍ਰੋਪਿੰਗ ਪੈਟਰਨ। ਕ੍ਰੋਪਿੰਗ ਪੈਟਰਨ ਮਤਲਬ ਭਾਰਤ ਦੇ ਵਿੱਚ ਸੀਜ਼ਨ ਕਿੰਨੇ ਆ, ਕਿਸ ਤਰ੍ਹਾਂ ਫਸਲਾਂ ਜਿਹੜੀਆਂ ਤਿਆਰ ਕੀਤੀਆਂ ਜਾਂਦੀਆਂ ਹੈ। ਫਿਜ਼ੀਕਲ ਡਿਵਰਸਿਟੀ, ਸਾਡੇ ਪਤਾ ਕਿ ਪੂਰੇ ਇੰਡੀਆ ਦੇ ਵਿੱਚ ਫਿਜ਼ੀਕਲ ਡਿਵਰਸਿਟੀ ਆ, ਇੱਕੋ ਜਿਹਾ ਕਲਾਈਮੇਟ ਨਹੀਂ ਆ, ਇੱਕੋ ਜਿਹੀਆਂ ਜ਼ਮੀਨ ਦੀਆਂ ਕਿਸਮਾਂ ਦੀਆਂ, ਸੋਇਲ ਦੀ ਫਰਟੀਲਿਟੀ ਇੱਕੋ ਜਿਹੀ ਨਹੀਂ ਆ। ਸੋ ਇਸ ਕਰਕੇ ਜਿਹੜਾ ਵਾ ਹਰੇਕ ਸੀਜ਼ਨ ਦੇ ਵਿੱਚ, ਹਰੇਕ ਸਟੇਟ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਫਸਲਾਂ ਜਿਹੜੀਆਂ ਤਿਆਰ ਕੀਤੀਆਂ ਜਾਂਦੀਆਂ ਨੇ। ਇਹਨਾਂ ਫਸਲਾਂ ਦੇ ਆਧਾਰ 'ਤੇ ਅਸੀਂ ਇੰਡੀਆ ਦੇ ਸੀਜ਼ਨਸ ਨੂੰ, ਕ੍ਰੋਪਿੰਗ ਸੀਜ਼ਨ ਨੂੰ, ਪੈਟਰਨ ਨੂੰ 3 ਪਾਰਟਸ ਵਿੱਚ ਡਿਵਾਈਡ ਕਰ ਸਕਦੇ ਹਾਂ: ਰਬੀ, ਖਰੀਫ ਐਂਡ ਜ਼ੀਦ। ਦਿਸ ਇਜ਼ ਵੈਰੀ ਈਜ਼ੀ, ਵੀ ਓਨਲੀ ਰੀਡ starting lines of each season, then you read whole paragraph line by line। ਇੱਥੇ ਮੈਂ ਸਿਰਫ ਇਹਦੀਆਂ ਸਟਾਰਟਿੰਗ ਲਾਈਨਸ ਬਾਰੇ ਡਿਸਕਰਾਈਬ ਕਰਨਾ ਹੈ। ਤੁਸੀਂ ਇਸ ਸੀਜ਼ਨ ਵਿੱਚ ਕਿਹੜੀਆਂ ਫਸਲਾਂ ਔਰ ਕਿਹੜੀਆਂ ਸਟੇਟਸ ਦੇ ਵਿੱਚ ਉਗਾਈਆਂ ਜਾਂਦੀਆਂ ਇਹ ਖੁਦ ਰੀਡ ਕਰ ਲੈਣਾ ਹੈ, ਕਿਉਂਕਿ ਈਜ਼ੀ ਸਿਰਫ ਸਟੇਟਸ ਦੇ ਨੇਮ ਦਿੱਤੇ ਹੋਏ ਆ। ਅਗਰ ਫਿਰ ਵੀ ਕੋਈ ਪ੍ਰੋਬਲਮ ਹੋਏਗੀ ਤੁਸੀਂ ਮੈਨੂੰ ਕਹਿ ਦਿਓ, ਮੈਂ ਦੁਬਾਰਾ ਇਸ ਨੂੰ ਰੀਡ ਕਰਕੇ ਐਕਸਪਲੇਨ ਕਰ ਦੇਵਾਂਗਾ। ਸਭ ਤੋਂ ਪਹਿਲਾਂ ਸਾਡੇ ਕੋਲ ਆ ਜਾਂਦਾ ਰਬੀ ਸੀਜ਼ਨ। ਰਬੀ ਸੀਜ਼ਨ ਕਹਿੰਦੇ ਕਿਹੜਾ ਹੁੰਦਾ ਹੈ? ਸੋਨ, ਜਦੋਂ ਅਸੀਂ ਫਸਲ ਨੂੰ ਵਿੰਟਰ ਦੇ ਵਿੱਚ, ਮਤਲਬ ਅਕਤੂਬਰ ਤੋਂ ਦਸੰਬਰ ਦੇ ਵਿੱਚ ਫਸਲ ਬੀਜਦੇ ਹਾਂ, ਅਤੇ ਸਮਰ ਦੇ ਵਿੱਚ ਅਪ੍ਰੈਲ ਤੋਂ ਲੈ ਕੇ ਜੂਨ ਵਿੱਚ ਕੱਟ ਲੈਂਦੇ ਹਾਂ। ਮਤਲਬ ਅਸੀਂ ਕਣਕ ਦੀ ਫਸਲ ਦੀ ਐਗਜ਼ਾਮਪਲ ਲੈ ਸਕਦੇ ਹਾਂ, ਜਿਹਨੂੰ ਅਸੀਂ ਅਕਤੂਬਰ ਤੋਂ ਨਵੰਬਰ ਦੇ ਵਿੱਚ ਬੀਜਣਾ ਸ਼ੁਰੂ ਕਰਦੇ ਹਾਂ। ਅਪ੍ਰੈਲ, ਮਈ, ਜੂਨ ਤੱਕ ਕੋਈ ਨਾ ਕੋਈ ਫਸਲ ਜਿਹੜੀ ਅਸੀਂ ਅਕਤੂਬਰ, ਨਵੰਬਰ ਵਿੱਚ ਬੀਜੀ ਹੁੰਦੀ ਹੈ ਸੀਰੀਅਲ ਵਾਈਜ਼, ਉਸ ਨੂੰ ਕੱਟ ਲੈਂਦੇ ਹਾਂ। ਅਜਿਹੀਆਂ ਫਸਲਾਂ ਨੂੰ ਔਰ ਅਜਿਹੇ ਸੀਜ਼ਨ ਨੂੰ ਅਸੀਂ ਰਬੀ ਸੀਜ਼ਨ ਜਾਂ ਰਬੀ ਕ੍ਰੌਪਸ ਬੋਲਦੇ ਹਾਂ। ਇੱਥੇ ਸਾਨੂੰ ਉਹਨਾਂ ਫਸਲਾਂ ਦੀਆਂ ਐਗਜ਼ਾਮਪਲਸ ਦਿੱਤੀਆਂ: ਵੀਟ, ਬਾਰਲੀ, ਪੀਸ, ਗ੍ਰਾਮ ਐਂਡ ਮਸਟਰਡ। ਕਿ ਕਣਕ ਤੋਂ ਇਲਾਵਾ ਅਸੀਂ ਹੋਰ ਕਿਹੜੀਆਂ ਫਸਲਾਂ ਬੀਜਦੇ ਇਸ ਸਮੇਂ? ਬਾਰਲੀ ਹੁੰਦਾ ਹੈ ਜੌਂ ਦੀ ਫਸਲ, ਪੀਸ ਮਟਰ, ਗ੍ਰਾਮ ਚਣੇ, ਮਸਟਰਡ ਅਤੇ ਸਰੋਂ ਦੀ ਫਸਲ ਇਸ ਸਮੇਂ ਅਸੀਂ ਤਿਆਰ ਕਰਦੇ ਹਾਂ। ਨੈਕਸਟ ਸੀਜ਼ਨ ਆ ਜਾਂਦਾ ਹੈ ਸਾਡੇ ਕੋਲ ਖਰੀਫ ਸੀਜ਼ਨ। ਖਰੀਫ ਸੀਜ਼ਨ ਕਹਿੰਦਾ ਕਿਹੜਾ ਹੁੰਦਾ ਹੈ? ਔਨਸੈਟ ਆਫ ਦਾ ਮੌਨਸੂਨ। ਕਿ ਅਜਿਹੀਆਂ ਫਸਲਾਂ ਜੋ ਅਸੀਂ ਮਾਨਸੂਨ ਦੇ ਆਉਣ 'ਤੇ ਬੀਜਦੇ ਹਾਂ ਇਨ ਡਿਫਰੈਂਟ ਪਾਰਟਸ ਆਫ ਦਾ ਕੰਟਰੀ, ਐਂਡ ਦੀਜ਼ ਆਰ ਹਾਰਵੈਸਟਡ ਇਨ ਸਤੰਬਰ, ਅਕਤੂਬਰ। ਅਤੇ ਇਸ ਨੂੰ ਅਸੀਂ ਸਤੰਬਰ, ਅਕਤੂਬਰ ਤੱਕ ਜਿਹੜਾ ਕੱਟ ਲੈਂਦੇ ਹਾਂ। ਅਜਿਹੀਆਂ ਫਸਲਾਂ ਨੂੰ ਅਸੀਂ ਖਰੀਫ ਦੀਆਂ ਫਸਲਾਂ ਬੋਲਦੇ ਹਾਂ। ਸਾਫ਼ ਹੀ ਪਤਾ ਲੱਗ ਜਾਂਦਾ ਕਿ ਅਗਰ ਅਸੀਂ ਮਾਨਸੂਨ ਦੇ ਆਉਣ 'ਤੇ ਕੋਈ ਫਸਲ ਤਿਆਰ ਕਰ ਰਹੇ ਹਾਂ, ਕਿ ਅਜਿਹੀ ਫਸਲ ਨੂੰ ਪਾਣੀ ਦੀ ਵਧੇਰੇ ਲੋੜ ਹੁੰਦੀ ਹੋਏਗੀ, ਤਾਂ ਹੀ ਅਸੀਂ ਮਾਨਸੂਨ ਦੇ ਆਉਣ 'ਤੇ ਅਜਿਹੀ ਫਸਲ ਤਿਆਰ ਕੀਤੀ ਹੈ। ਸੋ ਇਸ ਦੇ ਆਪਾਂ ਵਿੱਚ ਐਗਜ਼ਾਮਪਲ ਲੈ ਸਕਦੇ ਹਾਂ ਪੈਡੀ ਸੀਜ਼ਨ।
ਕਿ ਜਦੋਂ ਅਸੀਂ ਝੋਨਾ ਜਾਂ ਝੋਨੇ ਦੀ ਬਜਾਏ ਕੁਝ ਕਿਸਾਨ ਮੱਕੀ ਵਗੈਰਾ ਜਵਾਰ ਬੀਜ ਲੈਂਦੇ ਆ, ਉਹ ਸਾਰੀਆਂ ਖਰੀਫ ਫਸਲਾਂ ਹੈ। ਇਹ ਸਾਰੀਆਂ ਫਸਲਾਂ ਦੇ ਇੱਥੇ ਨਾਮ ਦਿੱਤੇ ਜਾਂਦੇ ਕਿ ਪੈਡੀ, ਕੋਈ ਕਿਸਾਨ ਹੁਣ ਪੈਡੀ ਉਗਾ ਲੈਂਦੇ ਆ, ਕੁਝ ਮੇਜ਼ ਮੱਕੀ, ਜਵਾਰ, ਬਾਜਰਾ, ਤੁਰ, ਅਰਹਰ ਇੱਕ ਦਾਲ ਦੀ ਪਲਸਿਸ ਦੀ ਐਗਜ਼ਾਮਪਲ ਆ, ਮੂੰਗ, ਉਰਦ, ਕਾਟਨ, ਜੂਟ, ਗਰਾਊਂਡਨਟ ਐਂਡ ਸੋਇਆਬੀਨ ਐਕਸੈਕਟਰਾ ਸਾਰੀਆਂ ਫਸਲਾਂ ਅਸੀਂ ਖਰੀਫ ਸੀਜ਼ਨ ਦੇ ਅਕੋਰਡਿੰਗ ਤਿਆਰ ਕਰਦੇ ਹਾਂ। ਇਹਦੀ ਲਾਸਟ ਲਾਈਨ ਵੀ ਇੰਪੋਰਟੈਂਟ ਹੈ ਕਿ ਕੁਝ ਸਟੇਟਸ ਜਿਵੇਂ ਕਿ ਅਸਾਮ, ਵੈਸਟ ਬੰਗਾਲ ਐਂਡ ਉੜੀਸਾ, ਇਹਨਾਂ ਦੇ ਵਿੱਚ ਜਿਹੜਾ ਵਾ ਪੈਡੀ ਦੇ 3 ਸੀਜ਼ਨ ਕੀਤੇ ਜਾਂਦੇ। ਮਤਲਬ ਹਰੇਕ ਵਾਰੀ ਪੈਡੀ ਨੂੰ ਕੱਟਣ ਤੋਂ ਬਾਅਦ ਫਿਰ ਦੁਬਾਰਾ ਪੈਡੀ ਝੋਨਾ ਹੀ ਉਗਾ ਦਿੱਤਾ ਜਾਂਦਾ ਹੈ, ਔਰ ਇਸ ਤਰ੍ਹਾਂ ਇਹਨਾਂ ਨੂੰ ਨਾਮ ਦਿੱਤੇ ਜਾਂਦੇ ਉਸ, ਅਮਾਨ ਐਂਡ ਬੋਰੋ। ਮਤਲਬ ਝੋਨੇ ਦੀਆਂ ਅਜਿਹੀਆਂ ਕਿਸਮਾਂ ਤਿਆਰ ਕੀਤੀਆਂ ਜਾਂਦੀਆਂ ਕਿ ਜੋ ਕਿ ਉੱਥੋਂ ਦੇ ਕਲਾਈਮੇਟ ਨੂੰ ਸੂਟ ਕਰਦੀਆਂ ਹੈ, ਔਰ ਇੱਕ ਵਾਰੀ ਅਸੀਂ ਝੋਨੇ ਦੀ ਫਸਲ ਕੱਟ ਲੈਂਦੇ, ਦੂਜੀ ਵਾਰ ਫਿਰ ਝੋਨੇ ਦੀ ਫਸਲ ਆਪਾਂ ਬੀਜਦੀ ਹੈ ਅਤੇ ਉਹ ਤਿਆਰ ਹੋ ਜਾਂਦੀ ਆ। ਇਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਅਕੋਰਡਿੰਗ ਟੂ ਸੀਜ਼ਨ ਜਾਂ ਅਕੋਰਡਿੰਗ ਟੂ ਕਲਾਈਮੇਟ ਪੋਸੀਬਲ ਨਹੀਂ ਹੈ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਕਿ ਰਬੀ ਔਰ ਖਰੀਫ ਸੀਜ਼ਨ ਦੇ ਵਿਚਕਾਰ ਕਈ ਵਾਰ ਜਿਸ ਤਰ੍ਹਾਂ ਹੁਣ ਆਪਾਂ ਕਣਕ ਵੱਢ ਲਈ ਆ, 2 ਕੁ ਮਹੀਨੇ ਆਪਣੀ ਪੈਲੀ ਜਿਹੜੀ ਖਾਲੀ ਪਈ ਰਹਿਣੀ ਆ। ਕਈ ਵਾਰ ਵਿੰਟਰ ਸੀਜ਼ਨ ਦੇ ਵਿੱਚ ਅਜਿਹੇ ਸਮਾਂ ਹੁੰਦਾ ਜਦੋਂ ਅਸੀਂ ਕੋਈ ਮਹੀਨਾ 1.5 ਮਹੀਨਾ ਫਸਲ ਕੋਈ ਨਹੀਂ ਬੀਜਦੇ। ਉਹਨਾਂ ਦਿਨਾਂ ਵਿੱਚ ਜੋ ਖਾਲੀ ਫਸਲ ਜ਼ਮੀਨ ਪਈ ਰਹਿੰਦੀ ਆ, ਕਿਸਾਨ ਕੋਈ ਫਾਇਦਾ ਲੈਣ ਵਾਸਤੇ ਮਹੀਨੇ 2 ਮਹੀਨੇ ਦੇ ਵਿੱਚ ਤਿਆਰ ਹੋਣ ਵਾਲੀ ਫਸਲ ਤਿਆਰ ਕਰ ਲੈਂਦਾ। ਜਿਵੇਂ ਕੋਈ ਫਰੂਟਸ ਉਗਾ ਦੇਣੇ, ਕੋਈ ਸਬਜ਼ੀਆਂ ਉਗਾ ਲੈਣੀਆਂ, ਜਿਵੇਂ ਕਿ ਐਗਜ਼ਾਮਪਲ ਦਿੱਤੀ ਸਾਨੂੰ ਉਹਨਾਂ ਨੇ ਵਾਟਰਮੈਲਨ, ਮਸਕਮੈਲਨ, ਕੁਕੰਬਰ ਜਿਸ ਨੂੰ ਖੀਰਾ ਬੋਲਦੇ ਹਾਂ, ਵੈਜੀਟੇਬਲ ਐਂਡ ਫੋਡਰ ਹੁੰਦਾ ਪਸ਼ੂਆਂ ਦਾ ਚਾਰਾ, ਸ਼ੂਗਰ ਕੇਨ ਆਲਸੋ। ਇਹ ਨੈਕਸਟ ਲਾਈਨ ਹੈ, ਅਜਿਹੀਆਂ ਫਸਲਾਂ ਉਗਾ ਲੈਂਦੇ ਜੋ ਕਿ ਮਹੀਨੇ 2 ਮਹੀਨੇ ਦੇ ਵਿੱਚ ਤਿਆਰ ਹੋ ਜਾਂਦੀਆਂ। ਅਜਿਹੇ ਸੀਜ਼ਨ ਨੂੰ, ਛੋਟੇ ਸੀਜ਼ਨ ਨੂੰ ਅਸੀਂ ਜੀਦ ਸੀਜ਼ਨ ਬੋਲਦੇ ਹਾਂ। ਨੈਕਸਟ ਇਹ ਦਿੱਤੀ ਹੈ, ਸ਼ੂਗਰ ਕੇਨ ਟੇਕਸ ਆਲਮੋਸਟ ਈਅਰ ਟੂ ਗਰੋ, ਕਿ ਗੰਨੇ ਦੀ ਕਮਾਦ ਦੀ ਫਸਲ ਤਕਰੀਬਨ ਗਰੋ ਆਪਣੇ ਵਧਣ ਫੁੱਲਣ ਵਾਸਤੇ ਇੱਕ ਪੂਰਾ ਸਾਲ ਲੈ ਲੈਂਦੀ ਹੈ। ਸੋ ਦਿਸ ਇਜ਼ ਦਾ ਟੋਪਿਕ ਫਾਰ ਟੂਡੇ ਐਂਡ ਇਫ ਯੂ ਫੇਸ ਐਨੀ ਕਾਈਂਡ ਆਫ ਪ੍ਰੋਬਲਮ ਯੂ ਕੈਨ ਆਸਕ ਮੀ। ਥੈਂਕਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।